ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਨੇ, ਉਹ ਤੁਰੰਤ ਦੂਰ ਹੋ ਜਾਣਗੀਆਂ, ਤੁਰੰਤ, ਮਿੰਟ ਨਹੀਂ। ਕਿਉਂਕਿ ਚੀਜ਼ ਜਿਸ ਤਰ੍ਹਾਂ ਕਿਸੇ ਨੂੰ ਕਿਹਾ ਜਾਂਦਾ ਨਾ ਕਿ ਅਗਰ ਬਹੁਤ ਪਿਆਰਾ ਜਿਹਾ ਐਗਜ਼ਾਮਪਲ ਸਾਡੇ ਸਰ ਸਾਨੂੰ ਦਿੰਦੇ ਹੁੰਦੇ ਸੀ ਕਿ ਤੁਸੀਂ ਬਹੁਤ ਦਿਨਾਂ ਦੇ ਭੁੱਖੇ ਹੋ ਔਰ ਕਾਫੀ ਦਿਨਾਂ ਦੇ, ਔਰ ਤੁਹਾਡੇ ਸਾਹਮਣੇ ਖਾਣਾ ਆ ਗਿਆ, ਤੁਸੀਂ ਖਾਣਾ ਖਾ ਨਹੀਂ ਲੱਗੇ ਹੋ, ਬਸ ਕੌਰ ਉਠਾ ਕੇ ਮੂੰਹ 'ਚ ਹੀ ਪਾ ਰਹੇ ਹੋ, ਤੇ ਅਚਾਨਕ ਕੋਈ ਤੁਹਾਡਾ ਦੋਸਤ ਆ ਜਾਂਦਾ ਹੈ ਜਿਹਨੂੰ ਤੁਸੀਂ ਵਿਸ਼ਵਾਸ ਵੀ ਕਰਦੇ ਹੋ, ਤੁਹਾਡਾ ਫਾਸਟ ਫਰੈਂਡ ਹੈ, ਉਹ ਕਹਿੰਦਾ ਨਹੀਂ ਇਹ ਖਾਣਾ ਨਹੀਂ ਖਾ, ਇਹਦੇ 'ਚ ਜ਼ਹਿਰ ਹੈ, ਔਰ ਤੁਸੀਂ ਉਸ ਖਾਣੇ ਨੂੰ ਤੁਰੰਤ ਛੋੜ ਦਿੰਦੇ ਹੋ ਬਿਨਾਂ ਕਿਸੇ ਸਵਾਲ ਜਵਾਬ ਦੇ। ਕੋਈ ਸਵਾਲ ਨਹੀਂ ਉੱਠਦਾ, ਤੁਸੀਂ ਤੁਰੰਤ ਉਸ ਖਾਣੇ ਨੂੰ ਛੋੜ ਦਿੰਦੇ ਹੋ। ਤਾਂ ਕੁਝ ਐਸਾ ਹੀ ਅੱਜ ਸਾਡੇ ਨਾਲ ਵੀ ਹੋਣ ਵਾਲਾ ਹੈ। ਤਾਂ ਅਸੀਂ ਪਹਿਲੇ ਹੀ ਆਪਣੇ ਆਪ ਨੂੰ ਥੋੜਾ ਜਿਹਾ ਰੈਡੀ ਕਰ ਲਈਏ ਕਿ ਜੋ ਚੀਜ਼ ਵੀ ਈਸ਼ਵਰ ਅੱਜ ਸਾਨੂੰ ਦੇਣਾ ਚਾਹ ਰਿਹਾ ਹੈ, ਉਹ ਅਕਾਲ ਪੁਰਖ, ਉਹ ਸਰਵ ਸ਼ਕਤੀਮਾਨ ਪਰਮਾਤਮਾ, ਉਹ ਬਾਬਾ ਜੀ ਜੋ ਸਾਨੂੰ ਅੱਜ ਪਹੁੰਚਾਉਣਾ ਚਾਹ ਰਹੇ ਨੇ, ਉਹ ਸਾਡੇ ਅੰਦਰ ਡੀਪ ਡਾਊਨ ਸਾਡੇ ਅੰਦਰ ਉਤਰ ਜਾਏ ਔਰ ਅਸੀਂ ਇਸ ਆਵਾਗਮਨ ਦੇ ਚੱਕਰ ਤੋਂ ਬਾਹਰ ਆ ਸਕੀਏ। ਤਾਂ ਅੱਜ ਚੱਲਦੇ ਹਾਂ ਅੱਜ ਦੇ ਚੈਪਟਰ ਦੀ ਤਰਫ। ਇਹ ਜਿਹੜਾ ਸਾਡਾ ਜੀਵਨ ਹੈ, ਜੇਕਰ ਅਸੀਂ ਕਹੀਏ ਕਿ ਸਾਨੂੰ ਜੀਵਨ ਮਿਲਿਆ ਕਿਉਂ ਹੈ, ਕੀ ਜ਼ਰੂਰਤ ਹੈ ਸਾਨੂੰ ਜੀਵਨ ਦੇਣ ਦੀ, ਪਰਮਾਤਮਾ ਨੂੰ ਕੋਈ ਜ਼ਰੂਰਤ ਨਹੀਂ ਹੈ, ਨਾ ਵੀ ਦਿੰਦਾ ਤਾਂ ਸ੍ਰਿਸ਼ਟੀ ਤੋਂ ਚੱਲ ਹੀ ਰਹੀ ਹੈ ਨਾ। ਲੇਕਿਨ ਇਹ ਜਿਹੜੀ ਸਾਨੂੰ ਲਾਈਫ ਮਿਲੀ ਹੈ, ਜਿਹੜਾ ਸਾਡਾ ਲਾਈਫ ਸਪੈਨ ਹੈ, ਉਹ ਸਾਨੂੰ ਕਾਦੇ ਵਾਸਤੇ ਹੈ, ਤਾਂ ਕਿ ਅਸੀਂ ਪਿਆਰ ਨੂੰ ਰਿਸੀਵ ਕਰ ਸਕੀਏ। ਪਿਆਰ ਨੂੰ ਰਿਸੀਵ ਕਰਨ ਲਈ ਸਾਨੂੰ ਇਹ ਲਾਈਫ ਮਿਲੀ ਗਈ ਹੈ। ਔਰ ਇਸ ਕ੍ਰੀਏਸ਼ਨ ਦੇ ਵਿੱਚ ਜੋ ਕੁਝ ਵੀ ਇਸ ਬ੍ਰਹਮਾਂਡ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ, ਇਹ ਉਸੇ ਪਿਆਰ ਦੇ ਨਾਲ ਹੀ ਉਤਪਨ ਹੋਇਆ ਹੈ, ਉਸੇ ਪਿਆਰ ਦੇ ਨਾਲ। ਇਹ ਉਹੀ ਚੀਜ਼ ਹੈ ਜਿਹੜਾ ਸਾਪੇਕਸ਼ ਦਾ ਸਿਧਾਂਤ ਸਾਨੂੰ ਆਈਨਸਟਾਈਨ ਨੇ ਦਿੱਤਾ ਸੀ। ਉਹਦੇ ਵਿੱਚ ਉਸਨੇ ਯੂਨੀਫਾਈਡ ਫੀਲਡ ਦੀ ਗੱਲ ਕੀਤੀ ਸੀਗੀ। ਅਗਰ ਅਸੀਂ ਕਹਿ ਦਈਏ ਕਿ ਇਹ ਯੂਨੀਫਾਈਡ ਫੀਲਡ ਜਿਹੜਾ ਹੈ, ਇਹ ਇਹੀ ਪਿਆਰ ਹੈ, ਯਾਨੀ ਇੱਕ ਐਸੀ ਚੀਜ਼ ਜਿਸਨੇ ਸਭ ਨੂੰ ਜੋੜ ਕੇ ਰੱਖਿਆ ਹੋਇਆ ਹੈ, ਜਿਹਨੂੰ ਅਸੀਂ ਪਹਿਲੇ ਚੈਪਟਰ 'ਚ ਵੀ ਪਹਿਲੇ ਚੈਪਟਰ 'ਚ ਅਸੀਂ ਡਿਟੇਲ ਨਾਲ ਪੜ੍ਹ ਚੁੱਕੇ ਹਾਂ ਕਿ ਇਹ ਉਹੀ ਫੀਲਡ ਹੈ। ਔਰ ਅਸੀਂ ਇਹਨੂੰ ਇਹ ਵੀ ਕਹਿ ਸਕਦੇ ਹਾਂ ਕਿ ਇਹ ਆਬੇ ਹਯਾਤ ਹੈ, ਜਾਂ ਇੱਕ ਐਸਾ ਸ਼ਰਬਤ ਕਹਿ ਲਈਏ, ਆਬੇ ਹਯਾਤ ਸ਼ਰਬਤ, ਜਿਸ ਦੇ ਅੰਦਰ ਮਿੱਠਾ ਸ਼ਰਬਤ ਐਸਾ ਜਿਸ ਦੇ ਅੰਦਰ ਪਰਮਾਤਮਾ ਸਾਨੂੰ ਹਰ ਚੀਜ਼ ਨੂੰ ਕੋਲ ਕੇ, ਜੋ ਵੀ ਸਾਡੀ ਜ਼ਿੰਦਗੀ ਜੀਵਨ 'ਚ ਚੱਲ ਰਿਹਾ, ਹਰ ਚੀਜ਼ ਨੂੰ ਉਹਦੇ 'ਚ ਕੋਲ ਕੇ ਉਹ ਸਾਨੂੰ ਪਿਲਾ ਦਿੰਦਾ ਹੈ, ਤਾਂ ਕਿ ਅਸੀਂ ਉਸ ਚੀਜ਼ ਨੂੰ ਰਿਸੀਵ ਕਰ ਸਕੀਏ, ਉਹਨੂੰ ਅਸੀਂ ਆਪਣੇ ਅੰਦਰ ਉਤਾਰ ਸਕੀਏ। ਹੁਣ ਪਿਆਰ ਜਿਹੜਾ ਹੈ ਉਹ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ, ਹਰ ਜਗ੍ਹਾ, ਹਰ ਚੀਜ਼, ਜੋ ਕੁਝ ਵੀ ਸਾਨੂੰ ਦਿਖ ਰਿਹਾ, ਹਰ ਚੀਜ਼ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਪਿਆਰ ਹੀ ਮੌਜੂਦ ਹੈ। ਔਰ ਅਸੀਂ ਜਿਹੜੇ ਬਣੇ ਹੋਏ ਆ, ਉਸ ਸੀਰਪ ਨੂੰ ਟੇਸਟ ਕਰਨ ਲਈ ਬਣਾਇਆ ਗਿਆ। ਸਾਨੂੰ ਕਿਉਂ ਬਣਾਇਆ ਪਰਮਾਤਮਾ ਨੇ? ਕਿ ਉਹ ਜਿਹੜਾ ਪਿਆਰ ਦਾ ਸੀਰਪ ਹੈ, ਉਹ ਜਿਹੜੀ ਆਬੇ ਹਯਾਤ ਹੈ, ਉਹ ਜਾਂ ਅੰਮ੍ਰਿਤ ਪਿਆਲਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜਾ ਅੰਮ੍ਰਿਤ ਹੈ, ਉਸਨੂੰ ਪੀਣ ਵਾਸਤੇ, ਉਸਨੂੰ ਉਹਦਾ ਟੇਸਟ ਲੈਣ ਲਈ ਹੀ ਸਾਨੂੰ ਬਣਾਇਆ ਗਿਆ ਹੈ। ਔਰ ਇਸ ਕਰਕੇ ਹਰ ਇਸ ਦੇ ਪ੍ਰਣਾਮ ਸਰੂਪ ਹੋਏਗਾ ਕਿ ਜੋ ਚੀਜ਼, ਜੋ ਵਸਤੂ, ਲਿਵਿੰਗ ਜਾਂ ਨॉन ਲਿਵਿੰਗ, ਜੋ ਕੁਝ ਵੀ ਸਾਡੇ ਆਸੇ ਪਾਸੇ ਹੈ, ਉਹ ਸਾਨੂੰ ਇਸ ਕ੍ਰੀਏਸ਼ਨ ਦੇ ਵਿੱਚ, ਉਹ ਸਾਨੂੰ ਇਹ ਜਿਹੜਾ ਸ਼ਰਬਤ ਹੈ, ਇਹ ਜਿਹੜਾ ਮਿੱਠਾ ਸ਼ਰਬਤ, ਆਬੇ ਹਯਾਤ ਕਹਿ ਲਈਏ, ਅੰਮ੍ਰਿਤ ਹੈ, ਇਸ ਅੰਮ੍ਰਿਤ ਦਾ ਟੇਸਟ ਕਰਵਾਉਣ ਵਾਸਤੇ ਹੀ ਸਾਡੇ ਆਸੇ ਪਾਸੇ ਹਰ ਚੀਜ਼ ਬਣੀ ਹੈ। ਔਰ ਜੀਵਨ ਵੀ ਕੀ ਹੈ, ਐਸੇ ਲਈ ਹੈ ਕਿ ਤਾਂ ਕਿ ਅਸੀਂ ਉਸ ਪਿਆਰ ਨੂੰ ਰਿਸੀਵ ਕਰ ਸਕੀਏ, ਉਸ ਪਿਆਰ ਨੂੰ ਪ੍ਰਾਪਤ ਕਰ ਸਕੀਏ, ਰਿਸੀਵ ਕਰ ਸਕੀਏ। ਇਹਦਾ ਮਤਲਬ ਕੀ ਹੋ ਗਿਆ ਕਿ ਅਸੀਂ ਪਿਆਰ ਦੇ ਨਾਲ ਹੀ ਬਣੇ ਹੋਏ ਹਾਂ, ਤੇ ਅਸੀਂ ਸਿਰਫ ਪਿਆਰ ਨੂੰ ਰਿਸੀਵ ਹੀ ਨਹੀਂ ਕਰਨਾ ਹੈ ਕਿ ਹਰ ਕੋਈ, ਜਿਹੜਾ ਵੀ ਬੰਦਾ, ਜਿਹੜੀ ਵੀ ਚੀਜ਼, ਜਿਹੜੀ ਵੀ ਵਸਤੂ ਸਾਨੂੰ ਆਸੇ ਪਾਸੇ ਦਿਖ ਰਹੀ ਹੈ, ਸਾਨੂੰ ਉਹਦੇ ਕੋਲ ਪਿਆਰ ਮਿਲੇ। ਸਿਰਫ ਇਹੀ ਨਹੀਂ ਹੈ, ਇਸ ਤੋਂ ਥੋੜਾ ਕੁਛ ਅੱਗੇ ਵੀ ਹੈ ਕਿ ਅਸੀਂ ਇਹੀ ਪਿਆਰ ਸਾਹਮਣੇ ਵਾਲੇ ਨੂੰ, ਜੋ ਕੋਈ ਵੀ ਸਾਡੇ ਸਾਹਮਣੇ ਆ ਰਿਹਾ, ਲਿਵਿੰਗ ਔਰ ਨॉन ਲਿਵਿੰਗ ਥਿੰਗ, ਅਸੀਂ ਇਹ ਪਿਆਰ ਉਹਨੂੰ ਦੇਣਾ ਵੀ ਹੈ। ਜਿਸ ਨਾਲ ਵੀ ਅਸੀਂ ਮਿਲ ਰਹੇ ਹਾਂ, ਜਿਸ ਕਿਸੇ ਦੇ ਨਾਲ ਵੀ ਅਸੀਂ ਮਿਲ ਰਹੇ ਹਾਂ, ਹਰ ਇੱਕ ਨੂੰ ਅਸੀਂ ਇਸ ਪਿਆਰ ਦਾ ਟੇਸਟ ਕਰਵਾਉਣਾ, ਯਾਨੀ ਇਸ ਪਿਆਰ ਦਾ ਟੇਸਟ ਅਸੀਂ ਸਾਹਮਣੇ ਵਾਲੇ ਨੂੰ ਵੀ ਦੇਣਾ ਹੈ। ਇਸ ਕਰਕੇ ਇਹ ਜ਼ਿੰਦਗੀ ਜਿਹੜੀ ਹੈ ਸਿਰਫ ਪਿਆਰ ਲੈਣ ਵਾਸਤੇ ਹੀ ਨਹੀਂ ਹੈ, ਪਿਆਰ ਨੂੰ ਦੇਣ ਵਾਸਤੇ ਵੀ ਹੈ। ਹੁਣ ਇਹ ਜਿਹੜਾ ਐਵਰੀਥਿੰਗ ਔਰ ਐਵਰੀਬਾਡੀ, ਇਹਦੇ 'ਚ ਕੋਈ ਸ਼ਰਤ ਨਹੀਂ ਲਗਾ ਕੇ ਰੱਖੀ ਬੰਦੇ ਨੇ, ਕਿਉਂਕਿ ਜਦੋਂ ਮੈਂ ਇਸ ਯਾਤਰਾ, ਇਸ MSY ਨੇ, ਮਤਲਬ ਮੈਂ ਇਸ ਯਾਤਰਾ ਨੂੰ ਸ਼ੁਰੂ ਕੀਤਾ ਸੀ, ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਿਤਨੇਮ ਦੇ ਵਿੱਚ ਸ਼ਬਦ ਪੜ੍ਹਦੀ ਹੁੰਦੀ ਸੀ, ਸਵਈਏ ਦੇ ਉੱਤੇ ਆ ਕੇ, ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ। ਮੈਂ ਬਹੁਤ ਅੱਗੇ ਪਿੱਛੇ ਜਾ ਕੇ ਦੇਖਦੀ ਹੁੰਦੀ ਸੀ ਵੀ ਪ੍ਰੇਮ ਕਿਹਨੂੰ ਕਰਨਾ ਹੈ, ਪ੍ਰੇਮ ਕਰਨ ਦੀ ਕੋਈ ਸ਼ਰਤ, ਤੇ ਪ੍ਰੇਮ ਕਰਨ ਦੀ ਸ਼ਰਤ ਮੈਨੂੰ ਕਿਤੇ ਵੀ ਦਿਖਾਈ ਨਹੀਂ ਦਿੱਤੀ ਕਿ ਇਸ ਬੰਦੇ ਨੂੰ ਪ੍ਰੇਮ ਕਰਨਾ ਹੈ ਔਰ ਇਸ ਬੰਦੇ ਨੂੰ ਪ੍ਰੇਮ ਨਹੀਂ ਕਰਨਾ ਹੈ, ਕਿਉਂਕਿ ਉਦੋਂ ਇਤਨੀ ਸਮਝ ਨਹੀਂ ਸੀ ਤੇ ਬਹੁਤ ਖੋਜਿਆ ਜਾਂਦਾ ਸੀ ਕਿ ਸ਼ਾਇਦ ਪਾਠ ਦੀ ਕਿਸੇ ਪੰਕਤੀ ਦੇ ਵਿੱਚ ਇਹ ਮੈਨੂੰ ਦੱਸਿਆ ਜਾਏ ਕਿ ਇਹਨਾਂ ਲੋਕਾਂ ਦੇ ਨਾਲ ਅਸੀਂ ਪ੍ਰੇਮ ਕਰ ਸਕਦੇ ਹਾਂ, ਯਾਨੀ ਜਾਂ ਇੰਜ ਕਹਿ ਲਓ ਕਿ ਮਨਮੁਖ ਦੇ ਨਾਲ ਅਸੀਂ ਪ੍ਰੇਮ ਨਹੀਂ ਕਰ ਸਕਦੇ, ਗੁਰਮੁਖ ਦੇ ਨਾਲ ਹੀ ਅਸੀਂ ਪ੍ਰੇਮ ਕਰਨਾ ਹੈ। ਲੇਕਿਨ ਇਹੋ ਜਿਹੀ ਕੋਈ ਵੀ ਪੰਕਤੀ, ਜਿਤਨਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹੋਸ਼ ਦੇ ਵਿੱਚ ਜਿਤਨਾ ਕਿ ਜਾਣਿਆ, ਪੜ੍ਹਿਆ, ਸਮਝਿਆ, ਇਹੋ ਜਿਹੀ ਪੰਕਤੀ ਮੈਨੂੰ ਕਿਤੇ ਨਜ਼ਰ ਨਹੀਂ ਆਈ। ਔਰ ਕੰਡੀਸ਼ਨ ਇੱਥੇ ਖਤਮ ਹੋ ਗਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤਾਂ ਪ੍ਰਭੂ ਨੂੰ ਮਿਲਣ ਦੀ ਇੱਛਾ ਤਾਂ ਸੀਗੀ, ਤਾਂ ਸ਼ਰਤ ਕੀ ਸੀ? ਪਿਆਰ ਕਰਨਾ। ਪਿਆਰ ਕਿਹਦੇ ਨਾਲ ਕਰਨਾ ਹੈ ਕੋਈ ਨਹੀਂ ਦੱਸਿਆ ਗਿਆ, ਬਸ ਇਤਨਾ ਸੀਗਾ ਕਿ ਪਿਆਰ ਕਰਨਾ ਹੈ। ਤਾਂ ਮਤਲਬ ਕੀ ਇਹੀ ਕਿ ਹਰ ਕਿਸੇ ਨੂੰ, ਹਰ ਚੀਜ਼ ਨੂੰ, ਹਰ ਵਸਤੂ ਨੂੰ, ਜੋ ਵੀ ਮੇਰੇ ਸਾਹਮਣੇ ਆ ਰਹੀ ਹੈ ਉਹਨੂੰ ਪਿਆਰ ਕਰਨਾ ਹੈ। ਹੁਣ ਇਹ ਜਿਹੜਾ ਕਨਸੈਪਟ ਹੈਗਾ, ਇਹਨੂੰ ਅਸੀਂ ਜਿਹੜਾ ਫॉरगिविंग ਦਾ ਕਨਸੈਪਟ ਹੈ, ਅਗਰ ਅਸੀਂ ਹੁਣ ਇਹ ਸਮਝ ਲਿਆ ਕਿ ਅਸੀਂ ਦੇਣਾ ਹੈ ਤੇ ਜਿਹੜਾ ਫॉरगिव ਅਸੀਂ ਕਰਨੇ, ਮਾਫ ਕਰਨਾ, ਇਹ ਜਿਹੜਾ ਇਹਦੇ ਨਾਲ ਇੱਕ ਮਿੱਥ ਜੁੜ ਗਈ, ਫॉरगिवनेस, फॉरगिव करना। एक्चुअली फॉरगिव मतलब सीगा फॉर, थोड़ा उन्होंने गैप पाइए, फिर गिव, देने के लिए, मतलब तो ऐसी देने के लिए, देना। और लाइफ की है, प्यार देने लिए बनी है, और असी करना की है फॉर के दे, असी लाइफ के दे लिए फॉर गिविंग, लाइफ इज फॉर गिविंग, जीवन है देने के लिए। हुण इत्थे असी फॉरगिविंग ਨੂੰ ਅਸੀਂ ਥੋੜਾ ਮਿਸਅੰਡਰਸਟੂਡ ਕਰ ਲਿਆ। ਅਸੀਂ ਇਸ ਜਿਹੜਾ ਕਨਸੈਪਟ ਹੈ, ਇਸੇ ਨੂੰ ਅੱਜ ਅਸੀਂ ਡਿਟੇਲ ਨਾਲ ਫॉरगिवनेस ਨੂੰ, ਜਿਸ ਨੂੰ ਅਸੀਂ ਗਲਤ ਉਹਦੇ ਵਿੱਚ ਲੈ ਕੇ ਚਲੇ ਗਏ, ਇਹਨੂੰ ਅੱਜ ਅਸੀਂ ਡਿਟੇਲ 'ਚ ਸਮਝਾਂਗੇ ਕਿ ਜਦੋਂ ਅਸੀਂ ਆਪਣੇ ਅੰਦਰ ਕੋਈ ਗ੍ਰਜਿਸ, ਕੋਈ ਕਲੇਸ਼, ਕੋਈ ਗੁੱਸਾ, ਕੋਈ ਮਲਾਲ ਆਪਣੇ ਮਨ ਦੇ ਅੰਦਰ, ਆਪਣੇ ਹਿਰਦੇ ਦੇ ਵਿੱਚ ਅਸੀਂ ਜਦੋਂ ਪਕੜ ਕੇ ਰੱਖਨੇ ਆ, ਤੇ ਇਹਦਾ ਮਤਲਬ ਕੀ ਹੋ ਗਿਆ ਕਿ ਅਸੀਂ ਇਹ ਚੂਜ਼ ਕਰ ਲਿਆ, ਅਸੀਂ ਇਹ ਨਿਸ਼ਚੈ ਕਰ ਲਿਆ ਕਿ ਜਿਹੜਾ ਪਿਆਰ ਦਾ ਚਸ਼ਮਾ, ਜਿਹੜਾ ਪਿਆਰ ਦਾ ਸੀਰਪ, ਜਿਹੜੇ ਪਿਆਰ ਦਾ ਚਸ਼ਮਾ ਜਿਸ ਨੂੰ ਕਿ ਮੈਂ ਸਾਹਮਣੇ ਵਾਲੇ ਨੂੰ ਵੀ ਟੇਸਟ ਕਰਾਣਾ ਸੀ, ਉਹਨੂੰ ਮੈਂ ਆਪਣੇ ਅੰਦਰ ਹੀ ਰੋਕ ਕੇ ਰੱਖ ਲਿਆ। ਉਸ ਪਿਆਰ ਦੇ ਚਸ਼ਮੇ ਨੂੰ ਮੈਂ ਬਹਿਣ ਨਹੀਂ ਦੇ ਰਹੀ, ਜਾਂ ਉਸ ਸ਼ਰਬਤ ਨੂੰ ਜਿਹੜਾ ਮੇਰੇ ਅੰਦਰੋਂ ਬੰਨਣਾ ਸੀ, ਉਹ ਆਬੇ ਹਯਾਤ, ਉਹ ਅੰਮ੍ਰਿਤ, ਜਿਸ ਨੂੰ ਕਿ ਮੈਂ ਸਾਹਮਣੇ ਵਾਲੇ ਨੂੰ ਵੀ ਪਿਆਰ ਪਿਲਾਣਾ ਸੀ, ਹੈ ਨਾ, ਉਸ ਅੰਮ੍ਰਿਤ ਨੂੰ ਮੈਂ ਖੁਦ ਵੀ ਪੀਣਾ ਸੀ ਔਰ ਉਹਨੂੰ ਵੰਡਣਾ ਵੀ ਸੀਗਾ। ਲੇਕਿਨ ਮੈਂ ਕੀ ਕੀਤਾ, ਮੈਂ ਉਹਨੂੰ ਰੋਕ ਲਿਆ। ਕਿਉਂ ਰੋਕ ਲਿਆ? ਕਿਉਂਕਿ ਮੇਰੇ ਅੰਦਰ ਗ੍ਰਜਿਸ ਆ ਗਿਆ, ਮੇਰੇ ਮਨ 'ਚ ਮਲਾਲ ਆ ਗਿਆ। ਔਰ ਜਦੋਂ ਅਸੀਂ ਇਹ ਗ੍ਰਜਿਸ ਨੂੰ, ਇਸ ਮਲਾਲ ਨੂੰ ਛੋੜ ਦਿਆਂਗੇ ਤੇ ਆਟੋਮੈਟਿਕਲੀ ਅਸੀਂ ਓਪਨ ਆ ਉਸ ਪਿਆਰ ਨੂੰ ਵੰਡਣ ਵਾਸਤੇ ਸਾਰਿਆਂ ਦੇ ਨਾਲ। ਤੇ ਇਹ ਗ੍ਰਜਿਸ ਜਿਹੜੇ ਮੇਨ ਨੇ, ਜਿਹੜੇ ਸਾਨੂੰ ਇਸ ਪਿਆਰ ਨੂੰ ਕਿਸੇ ਨੂੰ ਦੇਣ ਨਹੀਂ ਦਿੰਦੇ, ਪਿਆਰ ਨੂੰ ਵੰਡਣ ਦੇ ਵਿੱਚ ਸਾਡੇ ਅੰਦਰ, ਸਾਨੂੰ ਤਾਂ ਵੰਡ ਕੇ ਛਕਣਾ ਕਿਹਾ ਗਿਆ ਨਾ। ਹੁਣ ਵੰਡ ਕੇ ਛਕਣਾ ਮਤਲਬ ਇਹ ਨਹੀਂ ਕਿ ਅਸੀਂ ਲੰਗਰ ਹੀ ਚਲਾਣੇ ਨੇ, ਕਿਉਂਕਿ ਗੁਰਬਾਣੀ ਪ੍ਰੈਕਟੀਕਲ ਹੈ। ਨਾਮ ਜਪਣਾ, ਵੰਡ ਕਿਰਤ ਕਰਨਾ, ਵੰਡ ਕੇ ਛਕਣਾ, ਇੱਕ ਤਾਂ ਇਹਦੇ ਉੱਪਰੀ ਅਰਥ ਨੇ ਜਿਨ੍ਹਾਂ ਨੂੰ ਅਸੀਂ ਸਮਝ ਰਹੇ ਹਾਂ, ਬੇਸਿਕਲੀ ਜਿਹੜੇ ਸਾਡੇ ਅਸੀਂ ਸਮਝ ਰਹੇ ਹਾਂ। ਇੱਕ ਹੈਗਾ ਕਿਰਤ ਕਰਨੀ। ਕਿਰਤ ਕੀ ਕਰਨੀ? ਅਸੀਂ ਹੁਣ ਬੈਠ ਕੇ, ਹੁਣ ਅਸੀਂ ਕੀ ਕਰ ਰਹੇ ਹਾਂ? ਅਸੀਂ ਕਿਰਤ ਕਰ ਰਹੇ ਹਾਂ। ਕਿਹਦੀ ਕਿਰਤ ਕਰ ਰਹੇ ਹਾਂ? ਆਤਮਾ ਦੇ ਲੈਵਲ ਤੇ, ਆਤਮਾ ਦੇ ਹਿਰਦੇ ਦੇ ਵਿੱਚੋਂ ਉਸ ਪਿਆਰ ਨੂੰ, ਆਲਰੇਡੀ ਹੈ ਸਾਡੇ ਕੋਲ, ਕਿਤੇ ਗਿਆ ਨਹੀਂ ਹੈ, ਆਲਰੇਡੀ ਪਿਆਰ ਦਾ ਸੋਮਾ ਮੇਰੇ ਹਿਰਦੇ ਦੇ ਵਿੱਚ ਹੈ, ਮੇਰੇ ਅੰਦਰ ਹੈ, ਲੇਕਿਨ ਅਸੀਂ ਉਹਨੂੰ ਆਪਣੇ ਗ੍ਰਜਿਸ ਦੇ ਕਰਕੇ, ਉਹਦੇ ਕਰਕੇ ਰੋਕ ਦਿੱਤਾ। ਡੱਕਾ ਨਹੀਂ ਲਗਾ ਦਿੰਦੇ ਅਸੀਂ, ਪੰਜਾਬ ਦੇ ਵਿੱਚ ਕਹਿੰਦੇ ਅਸੀਂ ਡੱਕਾ ਲਗਾ ਕੇ ਆਏ ਹਾਂ, ਹਨਾ, ਖੇਤਾਂ ਨੂੰ ਪਾਣੀ ਦੇਣ ਲੱਗੇ, ਇੱਥੇ ਡੱਕਾ ਲਗਾਇਆ, ਇੱਥੇ ਡੱਕਾ ਖੋਲਿਆ, ਤਾਂ ਅਸੀਂ ਜਾਣੇ ਅਣਜਾਣੇ ਕੀ ਕਰ ਦਿੱਤਾ, ਡੱਕਾ ਲਗਾਤਾ। ਹੁਣ ਕਿਰਤ ਕੀ ਕਰ ਰਹੇ ਹੋ? ਉਸ ਡੱਕਿਆਂ ਨੂੰ ਖੋਲਣ ਦੀ, ਜਿਹੜਾ ਅਸੀਂ ਰਸਤੇ ਦੇ ਵਿੱਚ ਰੁਕਾਵਟ, ਬੈਰੀਅਰ ਪਾ ਕੇ, ਕੰਕੜ ਪੱਥਰ ਪਾਏ ਹੋਏ ਨੇ ਆਪਣੇ ਗ੍ਰਜਿਸ ਦੇ, ਤੇ ਉਹ ਕਿਰਤ ਕਰ ਰਹੇ ਹਾਂ। ਨਾਮ ਜਪਣਾ, ਨਾਮ ਜਪਣਾ ਤਾਂ ਅਸੀਂ ਨਾਮ ਹੀ ਜਪ ਰਹੇ ਹਾਂ ਨਾ, ਕਿਉਂਕਿ ਪਿਆਰ ਨੂੰ ਅਸੀਂ ਅਗਰ ਯਾਦ ਕਰ ਰਹੀ ਹਾਂ ਮੈਂ ਕਿ ਮੈਂ ਪਿਆਰ ਨੂੰ ਦੇਣਾ ਹੈ, ਪਿਆਰ ਨੂੰ ਦੇਣਾ ਹੈ, ਮੈਂ ਪਿਆਰ ਨਾਲ ਬਣੀ ਹਾਂ, ਪਿਆਰ ਨੂੰ ਦੇਣ ਵਾਸਤੇ ਆਈ ਹਾਂ, ਤਾਂ ਇਹ ਕੀ ਹੈ? ਨਾਮ ਜਪਣਾ। ਕਿਉਂਕਿ ਮੈਂ ਹੈ ਹੀ ਨਹੀਂ, ਹਾਂ ਮੈਂ ਨਹੀਂ, ਤਾਂ ਮੈਂ ਨਹੀਂ ਹਾਂ, ਤਾਂ ਮੈਂ ਵੀ ਦੇਣਾ ਹੀ ਦੇਣਾ ਹੈ, ਤਾਂ ਨਾਮ ਜਪਣਾ। ਫਿਰ ਵੰਡ ਕੇ ਛਕਣਾ, ਯਾਨੀ ਸਾਰਿਆਂ ਨੂੰ ਦੇਣਾ ਹੈ, ਰੋਕਣਾ ਨਹੀਂ ਹੈ। ਗ੍ਰਜਿਸ ਆ ਗਈਆਂ, ਉਹ ਆ ਗਈਆਂ, ਇਹਦੇ ਪਿੱਛੇ ਰੋਕਣਾ ਨਹੀਂ ਹੈ ਮੈਂ। ਅਗਰ ਅਸੀਂ ਇਸ ਸਮਝ ਲਿਆ ਇਸ ਚੀਜ਼ ਨੂੰ, ਗ੍ਰਜਿਸ ਜਿਹੜੀਆਂ ਨੇ, ਜਦੋਂ ਅਸੀਂ ਇਹਨਾਂ ਗ੍ਰਜਿਸ ਨੂੰ, ਇਸ ਮਨ ਦੇ ਅੰਦਰ ਜਿਹੜਾ ਮਲਾਲ, ਜਿਹੜਾ ਰੋਸ਼, ਜਿਹੜਾ ਗੁੱਸਾ, ਕਿ ਕੋਈ ਵੀ ਨੈਗੇਟਿਵ ਫੀਲਿੰਗ ਜਿਸ ਨੂੰ ਅਸੀਂ ਲੈ ਕੇ ਬੈਠੇ ਹਾਂ, ਜਦੋਂ ਸਾਨੂੰ ਇਹ ਸਮਝ ਆ ਗਈ ਕਿ ਇਹ ਹੀ ਇਲੂਜ਼ਨ ਹੈ, ਮਾਇਆ ਹੋਰ ਕੋਈ ਚੀਜ਼ ਨਹੀਂ ਹੈ, ਮਾਇਆ, ਮੈਂ ਆਇਆ, ਜਿੱਥੇ ਮੈਂ ਆ ਗਈ, ਮੈਂ ਹੈ ਨਹੀਂ, ਮੈਂ ਤਾਂ ਇੱਕ ਆਤਮਾ ਵਾਂ, ਇੱਕ ਐਨਰਜੀ ਆ, ਜਿਸ ਨੂੰ ਇਹ ਬੋਡੀ ਮਿਲੀ ਹੈ, ਜਿਸ ਦੇ ਦੁਆਰਾ ਇਹ ਬੋਡੀ ਦੇ ਵਿੱਚੋਂ ਉਸ ਐਨਰਜੀ ਨੇ ਫਲੋ ਹੋਣਾ ਹੈ।
ईश्वर दे गुणां ने इस शरीर चों प्रगट होना है। जदों मैं आ गई तो ए सिली इल्यूजन जदों मेरे अंदर ए आ गया माया दा, ते उदों मैं अपने आप नूं रोक लिया, क्योंकि ए इल्यूजन क्या गया, मैनूं लग्या किसे ने मैनूं दुख पहुंचा दिता, कोई ऐसा है, ए मेरी कल्पना दे विच आया, मेरे विचार दे विच आया, मेरी सोच दे विच आ गया। सब तो पहले कित्थे आया, मेरी सोच दे विच, कि फलाने बंदे ने मैनूं हर्ट कीता है। असीं सोचदे हां कि साडे उत्ते किसी ने अटैक कर दिता, सानू किसी ने अब्यूज कर दिता, मैनू अपनी जिंदगी दे विच कॉम्प्रोमाइज करना पै रहा, मैं ही हाँ जिहड़ा अपना रास्ता बदल के ट्रस्ट, मतलब हुंदा ना कि बाईपास करके किसी चीज नूं, भी इत्थे मैनूं पता लड़ाई हो जाएगी तो मैं बाईपास करके अपने आप नूं निमाणी बना के दूसरे पासे जाके निकल के चली गई हाँ। और मैं बड़ी बेचारी कमजोर जी हैगी हाँ, क्योंकि मैं इहदा सामना नहीं कर सकती, इस पिछे मैं अपना सिर सुट के दूजे पासे जा रही हाँ। यह मेरी सोच है। मैनू इंज लगता है कि किसी ने मैनू चीट कर दिता, मेरी प्रॉपर्टी, मेरी चीज़ां किसी ने मेरे कोलों ले लियां, मेरे ते पेपर दे उत्ते जाली साइन करवा ले और हत्या ली। ए मैनू लग रहा है एक्चुअली, या किसी ने मैनू नीचा दिखाता, किसी ने मेरी इंसल्ट कर दी, किसी ने मेरी रिस्पेक्ट नहीं की, वगैरह वगैरह, कोई भी जो भी चीज़ां असीं महसूस कर रहे हैं किसी दे बारे, जो कुछ भी अपने बारे भी, अगर मैं इस तरीके दे नाल सोच रही हाँ तो यह सब तो वड्डी मिस्टेक मेरी जिंदगी दी है, सब तो वड्डी मिस्टेक। क्योंकि असी परमात्मा दे अंश हाँ, असी परमात्मा दे अंश हाँ, परमात्मा दे विचों ही उत्पन्न होए हैं। अंश होने का मतलब असी पहले डिटेल च समझ चुके हैं कि असी परमात्मा का अंश हाँ, उस एके तो पैदा हुए हाँ। त्रिगुणात्मक साडा शरीर है, रज तम सत, और हर इंसान ऐसे ओदे तो रोल कर रहा है साडे नाल। तो आज का टॉपिक थोड़ा जिहा लंबा हो जाएगा, क्योंकि इस चीज नूं समझना थोड़ा जिहा जरूरी है। तुसीं टाइम दे उत्ते ध्यान नहीं देने वाले हैं। तो यह सब तो वड्डी मिस्टेक है साडी जिंदगी दी, अगर मैं अपने आप नूं उस अकाल पुरख तो अलग समझ रही हाँ। क्योंकि परमात्मा ने सानू परफेक्शन तो बनाया है, वो परफेक्ट है, उससे परफेक्शन तो ने सानू बनाया है। और ना ही मैं, ना ही कोई दूसरा, कोई भी दूसरा किसी भी इंसान दे विच, किसी भी दूसरी चीज दे विच इतनी ताकत नहीं है कि वो इस सच्चाई नू झुठला सके कि मैं परमात्मा दा अंश हाँ। और असी अबंडेंस दे विच हां, आई एम अबंडेंस, भरपूरता किते नहीं है, मैं खुद भरपूरता वां। इस यूनिवर्स दे विच जो भी चीज मैनू चाहिदी है, वो मैनू जिस टाइम मैनू चाहिए, मेरी जरूरत के मुताबिक वो हर चीज मेरे लिए उपलब्ध हो जाती है। मैं अपनी जिंदगी च देखा होगा कि जदों भी जिस भी चीज की मैनू जरूरत हुई है, वो हर चीज मैनू मुहैया करवाई है उस अकाल पुरख ने, जिथों मर्जी करवाई होए। मेरा कभी भी कोई काम रुकिया नहीं, जिस तरह मर्जी है मेरे हर काम हुंदे चले गए जिंदगी दे विच, क्योंकि आई एम अबंडेंस। परमात्मा अबंडेंस है तो मैं खुद अबंडेंस हाँ। हर वो चीज मेरे को अपने आप पहुंच जाती है जिस चीज की मैनू जरूरत होंदी है। असी सही मायने दे विच क्रिएटर हाँ, खुद क्रिएट करने वाले हाँ। आई एम द क्रिएटर, मैं खुद क्रिएट कर रही हाँ। इसलिए जो भी एक्सपीरियंस मैनू हो रहा है, एक्सपीरियंस मीन्स फील करना, जो चीज मैं फील कर रही हाँ इस क्षण या बाद दे विच भी, जदों भी मैं जो भी चीज फील कर रही हाँ, वो सारी फील जो कर रही हूँ वो मैं खुद क्रिएट की है। अगर मैं यह सोच रही हाँ कि किसी ने मैनू हर्ट किया, किसी ने मैनू चीट किया, किसी ने मैनू धोखा दिता, यह सिर्फ इस पिछे क्योंकि मैं ए सोचा, ए इमेजिन किया सब तो पहले अपने दिमाग दे विच कि सामने वाले ने मैनू चीट किया, सामने वाले ने मैनू धोखा दिता, सामने वाले ने मैनू नीचा दिखाया। ए किथे मैं सोचिया, अपने इत्थे सोचिया, क्योंकि एज ए जो मैं सोचिया एज ए क्रिएटर मैं उन्हां चीज़ां नूं अपने जीवन दे विच इनवाइट कर लिया सोच के। मस्कीन जी दी कथा मैं एक टाइम जदों दरबार साहब गई सी उदों सुनिया सी, उदों मैनूं इन्हां चीज़ां दी समझ नहीं सी आ रही कि मस्कीन जी की कह रहे सी। लेकिन अज
ਅਸੀਂ ਅਗਰ ਉਹਨਾਂ ਦੀ ਕਥਾ ਸੁਣਦੇ ਹਾਂ ਤੇ ਇਹ ਚੀਜ਼ ਉਹਨਾਂ ਨੇ ਬਹੁਤ ਖੂਬਸੂਰਤੀ ਨਾਲ ਰਿਪੀਟ ਕੀਤੀ ਹੈ, ਔਰ ਕਿਤੇ ਨਾ ਕਿਤੇ ਉਹ ਹਰ ਕਥਾ ਦੇ ਵਿੱਚ ਇਹ ਇਸ ਪੰਕਤੀ ਨੂੰ ਲੈ ਕੇ ਹੀ ਆ ਜਾਂਦੇ ਨੇ, ਸਮਝਾ ਦਿੰਦੇ ਨੇ ਕਿ ਜਾਣੇ ਅਣਜਾਣੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਉਸ ਮੇਰਾ ਸੋਚਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ। ਤੇ ਅਸੀਂ ਕਿੱਥੋਂ ਇਹ ਕ੍ਰੀਏਟ ਕੀਤਾ, ਕਿਉਂਕਿ ਸਾਡੀ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਕਿ ਮੈਂ ਤਾਂ ਸਾਹਮਣੇ ਵਾਲੇ ਨੂੰ ਬੁਰਾ ਕੀਤਾ ਨਹੀਂ, ਮੈਂ ਤਾਂ ਇੰਜ ਨਹੀਂ ਕੀਤਾ, ਮੈਂ ਤਾਂ ਉਹਦਾ ਬੁਰਾ ਨਹੀਂ ਸੋਚਿਆ, ਲੇਕਿਨ ਮੈਂ ਇਹ ਤਾਂ ਸੋਚਿਆ ਨਾ ਕਿ ਮੇਰੇ ਨਾਲ ਉਹ ਬੁਰਾ ਕਰ ਰਿਹਾ ਹੈ। ਤੁਹਾਡਾ ਤਾਂ ਮੈਂ ਬੁਰਾ ਨਹੀਂ ਕੀਤਾ, ਮੈਂ ਤੁਹਾਨੂੰ ਬੁਰਾਈਆਂ ਨਹੀਂ ਦਿੱਤੀਆਂ, ਤੁਹਾਨੂੰ ਬਸੀਸਾਂ ਵੀ ਨਹੀਂ ਦਿੱਤੀਆਂ, ਕੁਝ ਨਹੀਂ ਕੀਤਾ, ਲੇਕਿਨ ਆਪਣੇ ਮਾਈਂਡ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਮੈਂ ਸੋਚ ਕੇ ਰਹੀ ਹਾਂ ਕਿ ਤੁਸੀਂ ਮੈਨੂੰ ਚੀਟ ਕੀਤਾ, ਤੁਸੀਂ ਮੈਨੂੰ ਨੁਕਸਾਨ ਪਹੁੰਚਾਇਆ, ਤੁਸੀਂ ਮੈਨੂੰ ਹਰਟ ਕੀਤਾ, ਤੁਸੀਂ ਮੈਨੂੰ ਭੈੜੇ ਸ਼ਬਦ ਬੋਲੇ, ਤੁਸੀਂ ਮੇਰੀ ਇਨਸਲਟ ਕੀਤੀ। ਇਹ ਸਾਰੇ ਮੈਂ ਕਿੱਥੇ ਸੋਚ ਰਹੀ ਹਾਂ? ਆਪਣੇ ਦਿਮਾਗ ਦੇ ਵਿੱਚ। ਔਰ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਮੈਂ ਕੀ ਕਰ ਰਹੀ ਹਾਂ? ਐਜ਼ ਏ ਕ੍ਰੀਏਟਰ ਮੈਂ ਹਰ ਉਸ ਚੀਜ਼ ਨੂੰ ਇਨਵਾਈਟ ਕਰ ਰਹੀ ਹਾਂ ਜਿਸ ਚੀਜ਼ ਨੂੰ ਮੈਂ ਸੋਚ ਰਹੀ ਹਾਂ। ਇਹ ਜਿਹੜਾ ਕਨਸੈਪਟ ਹੈ ਬਹੁਤ ਹੀ ਮੁਸ਼ਕਿਲ ਹੈ, ਬਹੁਤ ਮੁਸ਼ਕਿਲ, ਬਹੁਤ ਜ਼ਿਆਦਾ ਮੁਸ਼ਕਿਲ ਹੈ ਇਸ ਕਨਸੈਪਟ ਨੂੰ ਹਜਮ ਕਰਨਾ। ਸੁਣ तो लिया, ਸਮਝ ਵੀ ਲਿਆ ਬੁੱਧੀ ਦੇ ਤਲ ਤੇ, ਲੇਕਿਨ ਇਹਨੂੰ ਹਜ਼ਮ ਕਰਨਾ ਤਾਂ ਕਿ ਇਹ ਮੇਰੇ, ਜਿਹਨੂੰ ਕਹਿੰਦੇ ਨਾ, ਮੇਰੇ ਸਰੀਰ ਦਾ, ਮੇਰੀ ਹੈਲਥ ਦਾ ਹਿੱਸਾ ਬਣ ਜਾਏ। ਇਸ ਕਨਸੈਪਟ ਨੂੰ ਹਜ਼ਮ ਕਰਨਾ, ਇਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਲੈਣਾ, ਇਹ ਬਹੁਤ ਮੁਸ਼ਕਿਲ ਹੈ। ਕਿਉਂਕਿ ਜਿਹੜੇ ਸਾਡੇ ਐਕਸਪੀਰੀਅੰਸ ਹੋ ਰਹੇ ਨੇ, ਜੋ ਮੈਨੂੰ ਅਨੁਭਵ ਹੋ ਰਹੇ ਨੇ ਇਸ ਦੁਨੀਆ ਦੇ ਵਿੱਚ ਰਹਿ ਕੇ, 3 ਡਾਇਮੈਂਸ਼ਨ, ਇਸ ਮਾਇਆ ਨਗਰੀ ਦੇ ਵਿੱਚ ਰਹਿ ਕੇ ਜਿਹੜੇ ਵੀ ਐਕਸਪੀਰੀਅੰਸਿਸ ਹੋ ਰਹੇ ਨੇ, ਉਹ ਤਾਂ ਇਹੀ ਹੋ ਰਹੇ ਨੇ ਨਾ ਕਿ ਸਾਹਮਣੇ ਵਾਲੇ ਨੇ ਮੈਨੂੰ ਧੋਖਾ ਦੇ ਦਿੱਤਾ, ਮੇਰੀ ਪ੍ਰਾਪਰਟੀ ਹਰਿਆ ਲਈ, ਮੇਰੇ ਪੈਸੇ ਲੈ ਲਏ, ਮੇਰੇ ਤੇ ਗਲਤੀ ਨਾਲ ਸਾਈਨ ਸਿਗਨੇਚਰ ਕਰਵਾ ਲਏ, ਕੁਝ ਵੀ ਮੈਨੂੰ ਨੀਚਾ ਦਿਖਾਤਾ, ਜਿੱਥੇ ਜਾਣਾ ਮੇਰੀ ਬੇਇੱਜ਼ਤੀ ਕਰ ਦਿੰਦੇ ਨੇ। ਜੋ ਕੁਝ ਵੀ ਮੇਰੇ ਆਪਣੇ ਆਸੇ-ਪਾਸੇ ਜ਼ਿੰਦਗੀ ਦੇ ਵਿੱਚ ਮੈਂ ਮੇਰੀ ਬੌਸ ਨਾਲ, ਮੇਰੀ ਫੈਮਿਲੀ ਨਾਲ, ਮੇਰੇ ਹਸਬੈਂਡ ਨਾਲ, ਮੇਰੇ ਬੱਚਿਆਂ ਨਾਲ, ਜੋ ਕੁਝ ਵੀ ਅਸੀਂ ਫੀਲ ਕਰ ਰਹੇ ਹਾਂ, ਇਹ ਜੋ ਵੀ ਐਕਸਪੀਰੀਅੰਸ ਕਰ ਰਹੇ ਹਾਂ, ਉਹ ਜਿਹੜਾ ਐਕਸਪੀਰੀਅੰਸ ਹੈ ਉਹ ਸਾਨੂੰ ਇਸ ਸੱਚਾਈ ਦੇ ਉੱਤੇ ਅਮਲ ਕਰਨ ਤੋਂ ਰੋਕਦਾ ਰਹਿੰਦਾ ਹੈ। ਕਿਉਂਕਿ ਮੇਰੇ ਜਿਹੜੇ ਐਕਸਪੀਰੀਅੰਸ ਹੋ ਰਹੇ ਨੇ ਉਹ ਕੁਝ ਹੋਰ ਹੋ ਰਹੇ ਨੇ, ਔਰ ਜੋ ਸੱਚਾਈ ਹੈ ਉਹ ਇਸ ਤੇ ਬਿਲਕੁਲ ਉਲਟ ਹੈ। ਦੋਨੋਂ ਚੀਜ਼ਾਂ ਬਿਲਕੁਲ ਅਲੱਗ ਨੇ। ਇਹੀ ਮੈਨੂੰ ਰੋਕ ਰਹੀਆਂ ਨੇ। ਜਿਹੜੇ ਮੇਰੇ ਐਕਸਪੀਰੀਅੰਸ ਨੇ, ਕਿਉਂਕਿ ਸਾਹਮਣੇ ਵਾਲਾ ਮੈਨੂੰ ਚੀਟ ਕਰ ਰਿਹਾ, ਦੁਨੀਆ ਬੁਰੀ ਹੈ। ਅਗਰ ਦੁਨੀਆ ਬੁਰੀ ਹੈ, ਇਹ ਮੇਰਾ ਥਾਟ ਪ੍ਰੋਸੈਸ ਹੈ। ਅਗਰ ਇਹ ਮੇਰਾ ਥਾਟ ਪ੍ਰੋਸੈਸ ਹੈ, ਅਗਰ ਮੈਂ ਇਸ ਥਾਟ ਪ੍ਰੋਸੈਸ ਨਾਲ ਚੱਲ ਰਹੀ ਹਾਂ, ਤੇ ਦੁਨੀਆ ਦੇ ਵਿੱਚ ਹਰ ਇੱਕ ਲੋਕ, ਹਰ ਇੱਕ ਇਨਸਾਨ ਬੁਰਾ ਹੀ ਮੇਰੇ ਜੀਵਨ ਚ ਆਉਣ ਵਾਲਾ ਹੈ। ਯੁਧਿਸ਼ਠਰ ਤੇ ਦੁਰਯੋਧਨ ਦੀ ਕਹਾਣੀ ਸਭ ਜਾਣਦੇ ਹੀ ਨੇ ਕਿ ਕ੍ਰਿਸ਼ਨ ਜੀ ਨੇ ਦੁਰਯੋਧਨ ਨੂੰ ਕੀ ਕਿਹਾ ਕਿ ਜਾ ਤੂੰ ਇਸ ਹਸਤਨਾਪੁਰ ਦੇ ਵਿੱਚ ਇੱਕ ਅੱਛੇ ਬੰਦੇ ਨੂੰ, ਨਹੀਂ ਕੁਝ ਬੰਦਿਆਂ ਦੀ ਅੱਛੇ ਬੰਦੇ ਲੱਭ ਕੇ ਲੈ ਕੇ ਆ। ਕੁਝ ਲਿਸਟ ਦਿੱਤੀ ਸੀ ਉਹਨਾਂ ਨੇ, 5-10 ਕਿਤਨੇ ਵੀ, ਕਿ ਕੋਈ ਅੱਛੇ ਬੰਦਿਆਂ ਦੀ ਲਿਸਟ ਲੈ ਕੇ ਆ। ਔਰ युधिष्ठिर ਨੂੰ ਕਿਹਾ ਕਿ ਜਾके बुरे बंदे ਲੱਭ ਕੇ ਲੈ ਕੇ ਆਓ। और युधिष्ठिर ने आके किया कि मैनू कोई बुरा नहीं दिखा, और दुर्योधन ने आके किया जी ਇਹਦੇ ਤਾਂ ਮੈਨੂੰ ਕੋਈ ਅੱਛਾ ਨਹੀਂ ਦਿਖਿਆ। तो ਕੀ ਗੱਲ, ਇੱਕੋ ਹੀ ਸ਼ਹਿਰ ਸੀ, ਉਹਨੂੰ ਅੱਛਾ ਨਹੀਂ ਦਿਖਿਆ, ਉਹਨੂੰ ਬੁਰਾ ਨਹੀਂ ਦਿਖਿਆ। ਕਿਉਂ? ਇੱਥੇ ਫਰਕ ਆ ਗਿਆ, ਸੋਚ ਦਾ ਫਰਕ ਹੈ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਇਹ ਚੀਜ਼, ਕਿਉਂਕਿ ਮੇਰੀ ਸੋਚ ਕਿੱਥੇ ਜਾ ਰਹੀ ਹੈ, ਔਰ ਅਸੀਂ ਸੜੀ ਗਲੀ ਸੋਚ ਨੂੰ ਬਦਲਣਾ ਹੈ। ਅਸੀਂ ਪਿਛਲੇ ਚੈਪਟਰ ਦੇ ਵਿੱਚ ਬਦਲ ਕੇ ਆਏ ਹਾਂ ਕਿ ਹੋ ਸਕਦਾ ਹੈ ਅਨਵਾਂਟਡ ਗੈਸਟ ਹੋਣ, ਲੇਕਿਨ ਇਹ ਵੀ ਹੋ ਸਕਦਾ ਹੈ ਕਿ ਉਹ ਸਾਡੀ ਸੜੀ ਗਲੀ ਸੋਚ ਹੋਏ, ਸਾਡੇ ਸੜੇ ਗਲੇ ਵਿਚਾਰ ਹੋਣ, ਜਿਨ੍ਹਾਂ ਨੂੰ ਅਸੀਂ ਬਦਲਣਾ ਹੈ। ਔਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਇਹੀ ਦੇਖਿਆ ਨਾ ਕਿ ਜਿਹੜੇ ਵਿਚਾਰੇ ਨਿਮਾਣੇ ਲੋਕ ਨੇ, ਵਿਚਾਰੇ ਲੋਕ ਨੇ, ਉਹਨਾਂ ਦੇ ਉੱਤੇ ਜਿਹੜੇ ਹੁੰਦੇ ਨੇ ਕਿ ਤਾਕਤਵਰ ਲੋਕ, ਉਹ ਉਹਨਾਂ ਨੂੰ ਮਤਲਬ ਸਤਾ ਰਹੇ ਨੇ, ਦੁਖੀ ਕਰ ਰਹੇ ਨੇ। ਇਹ ਸਾਡਾ ਐਕਸਪੀਰੀਅੰਸ ਹੈ। ਹੁਣ ਸੱਚੀ ਗੱਲ ਤਾਂ ਐਵੇਂ ਕਿ ਅਸੀਂ ਜੋ ਐਕਸਪੀਰੀਅੰਸ ਕਰ ਰਹੇ ਹਾਂ, ਜੋ ਵੀ ਐਕਸਪੀਰੀਅੰਸ ਕਰ ਰਹੇ ਹਾਂ ਆਪਣੇ ਹਿਰਦੇ ਦੇ ਵਿੱਚ, ਆਪਣੀ ਇਸ ਬੋਡੀ ਦੇ ਲੈਵਲ ਦੇ ਉੱਤੇ, 5 ਸੈਂਸ ਦੇ ਵਿੱਚੋਂ ਸਾਡੀ ਇੱਕ ਸੈਂਸ ਤਵਚਾ ਵੀ ਹੈ, ਫੀਲ ਕਰਨਾ ਹੈ ਨਾ। ਅਸੀਂ ਜੋ ਵੀ ਫੀਲ ਕਰ ਰਹੇ ਹਾਂ ਇਸ ਬੋਡੀ ਦੇ ਤਲ ਦੇ ਉੱਤੇ, ਉਹ ਮੇਰਾ ਖੁਦ ਦਾ ਕੇਵਲ ਮੇਰਾ ਡਿਸੀਜ਼ਨ ਹੈ, ਉਹ ਮੇਰੀ ਕ੍ਰੀਏਸ਼ਨ ਹੈ। ਇਹ ਮੇਰੇ ਉੱਤੇ ਡਿਪੈਂਡ ਹੈ ਕਿ ਮੈਂ ਕੀ ਸੋਚ ਰਹੀ ਹਾਂ, ਮੈਂ ਕੀ ਫੀਲ ਕਰਨਾ ਚਾਹਨੀ ਹਾਂ। ਮੈਂ ਜੋ ਫੀਲ ਕਰਨਾ ਚਾਹਨੀ ਹਾਂ, ਮੇਰੀ ਬੋਡੀ ਮੈਨੂੰ ਉਸ ਤਰੀਕੇ ਦੀ ਹੀ ਫੀਲਿੰਗ ਦੇਣਾ ਸ਼ੁਰੂ ਕਰ ਦੇਗੀ। खोज शब्द में ले। शब्द का, मैं जिस भी शब्द दे उत्ते अगर मैं अपने शब्द ਨੂੰ ਪਕੜਨੀ ਆ ਧੋਖਾ,
और मैं फील कर रही हूँ उसने मैनू धोखा दिता, उन्हें मैनू धोखा दिता, फलाने बंदे ने धोखा दिता, ते हुण मैं धोखे दे शब्द नू अगर मैं फील कर रही हूँ तो मैं अपनी जिंदगी दे विच धोखे नू ही इनवाइट कर रही हूँ। और अगर मैं सोच रही हूँ कि सामने वाले बंदे ने भी चाहे मेरी प्रॉपर्टी हथ ला ली, लेकिन उन्हें मेरी हेल्प की, उन्हें मेरी हेल्प की, बाबा जी तेरी कृपा। बहुत खूबसूरत कहानी सी। मैं उस अज मैं जिस तरह पहले ही कह रही हूँ, मैं तुहाडे को पहले ही माफी मांग रही हूँ कि मैं इस चैप्टर नू थोड़ा जिन्ना डिटेल च जाना चाह रही हूँ, ताकि ये कॉन्सैप्ट साडे हिरदे च उतर जाए। एक स्टोरी सीगी, कहंदे ने कि दो सन्यासी सीगे, एक जवान और एक बुढ़ा। काफी टाइम हिमालय तो रहन तो बाद वो एक जगह दे उत्ते जदों पहाड़ तो नीचे उतर के आंदे ने, ते जिहड़ा छोटा सन्यासी हुंदा छोटी उम्र दा, वो सोचदा कि चलो भी हुण असीं थल्ले आ गए हैं ते सानू खाण नू भी मिलेगा, शरीर नू आराम भी मिलेगा। और इस तरह ही जाके वो देखते हैं कि एक चौंपड़ी उन्होंने नजर आती है, उस चौंपड़ी दे विचों रात गुजारन लई रुकते ने। और अचानक तूफान आ जाता रात के टाइम के उत्ते और कहते ने उस चौंपड़ी की जिहड़ी छत है उड़ जाती है और थोड़ी ठंड भी आ जाती है, क्योंकि रास्ता ही नहीं, छत ही उड़ गई, इन्नी नेरी आई। और उस सन्यासी जिहड़ा छोटा सन्यासी सी, उसने बोलना शुरू कर दिता कि ऐ परमात्मा की तेरी लीला है भी असीं बड़ी औखे होके तां इन्ने औखे साल असीं हिमालय च कट के आए हैं, ठंड और मसीह शांति मिली सीगी, ते तूं ऐ वी मेरे कोलों खोली, तू इन्ना मेरा सुख भी बर्दाश्त नहीं कर सकिया। और अज रात मैं आराम नाल सोना सी तो वो भी मैनूं सोण नहीं दिता और कलकदा रहा, कुरलांदा रहा, कल्पदा रहा। और जद कि जिथे दूसरा सन्यासी जी जो थोड़ा उम्र वड्डा सी, उन्हें की कीता, उन्हें शुक्रिया अदा किया कि बाबा जी तेरा शुक्रिया, इस आराम दे विच मैं अज दी रात गहरी नींद दे विच सो के तेनू भुल जाना सी, चंगा कीता तू छत उठा दी, मैनू हुण नेरी दे विच नेरी आ रही है। फिर थोड़ी देर बाद चंद्रमा भी आ गया। अज इसे चंद्रमा नू देख के, इस नेरी इस प्रकाश नू देख के मैनू तेरी याद आ गई कि तू है, नहीं तो ए सारी रात मैं सो के गुता देनी सी, अज ए सारी रात मैं तेरी याद दे विच बिता देती। बाबा जी तेरा कोट आन कोट थैंक यू, तेरा शुक्रिया। हुण घटना तो इक्को घटना दे विच एक इंसान ने चूज किया कि मैं दुख नू एक्सपीरियंस करना है, उसे घटना दे विच दूसरे इंसान ने चूज किया कि मैं ईश्वर दी कृपा नू चूज करना है। सो ए बिल्कुल सच्चाई है कि चूज करना मेरे हाथ दे, सॉरी मैं की एक्सपीरियंस करना है ए मेरे हाथ दे विच है। इसलिए क्योंकि मैं क्रिएटर हाँ अपनी दुनिया दी, मैं अपनी दुनिया दी खुद दी क्रिएटर हाँ। मैं की क्रिएट करना है, की एक्सपीरियंस करना चाहनी है, ए टोटली 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 मेरे उत्ते डिपेंडेंट है। किसी दूसरे बंदे च इतनी ताकत नहीं है कि वो साडी इस एक्सपीरियंस करन दा जेड़ा मेरा एक क्षेत्र है इहदे विच इंटरफेयर कर सके। सानू परमात्मा ने एक फ्री विल दिती है। फ्री विल यानी मेरी इच्छा दा मान, ए मेरी इच्छा है, जो मैं चाहांगी वही मेरी जिंदगी च होएगा। कोई भी मेरी इस जड़ी मेरी फ्री विल, जड़ी मेरी खुद की इच्छा है, मेरी इच्छा नो रिस्पेक्ट देती है। कोई भी इवन के परमात्मा भी मेरी इस इच्छा नो, ए जो मेरी फ्री विल है, ए जो मैनू गिफ्ट परमात्मा वालों मिली है, एदे विच कोई भी इंटरफेयर नहीं कर सकता, इवन के परमात्मा भी नहीं। जदों असीं कहने आ चरण शरण गुर एक पैंडा जाए चल, सतगुर कोट पैंडा आगे होई लेत है, उसका अर्थ सिर्फ इको ही है कि एक कदम असी चुकना है। बहुत सोचा जाता सी, वो एक कदम केड़ा है जेड़ा मैं सोचना है, वो यही कदम कि बाबा जी सरेंडर, तू मेरी जिंदगी च वरते, बस मेरी इच्छा, मेरी इच्छा। अगर मैं दुख लैन दी मेरी इच्छा है तो मैं दुख नू एक्सपीरियंस करांगी, अगर मेरी इच्छा है सुख लैन दी तो मैं सुख नू इनवाइट करांगी। परमात्मा ने वही चीज़ां मेरी जिंदगी दे विच भेजी जानियां ने। ए जो मेरी फ्री विल है, ए मेरे उत्ते डिपेंड है, इनू कोई भी रोक नहीं सकता। कहते ने जदों मुहम्मद ईसा जा रहे सी और उन्होंने पूछा कि जी है सुख दुख की है, मेरी जिंदगी च दुख ही दुख क्यों ने, और किश्ती दे विच बैठे हुए सी वो लोग, ते मुहम्मद मूसा ने उन्होंने कहते हजरत मूसा ने उन्होंने क्या, हजरत साहब ने कि बई ऐदा कर तू खड़ा हो जा, ते उन्हें खड़ा हो गया, ते उन्हें राइट पैर चुक्या
ਤੇ ਕਹਿੰਦੇ ਨੇ ਹਜ਼ਰਤ ਮੂਸਾ ਨੇ, ਫਿਰ ਉਹਦਾ ਸਵਾਲ ਸੀਗਾ ਕਿ ਦੁੱਖ ਹੀ ਕਿਉਂ ਆਉਂਦੇ ਨੇ, ਸੁੱਖ ਕਿਉਂ ਨਹੀਂ ਆਉਂਦੇ ਮੇਰੀ ਜ਼ਿੰਦਗੀ ਦੇ ਵਿੱਚ। ਤੇ ਉਹਨਾਂ ਨੇ ਕਿਹਾ ਕਿ ਤੂੰ ਖੜੇ ਹੋ ਜਾ। ਤੇ ਉਹ ਇੱਕ ਪੈਰ ਦੇ ਉੱਤੇ ਖੜਾ ਹੋ ਗਿਆ। ਤਾਂ ਮੂਸਾ ਸਾਹਿਬ ਨੇ ਕਿਹਾ ਕਿ ਹਜ਼ਰਤ ਸਾਹਿਬ ਨੇ ਦੂਜਾ ਪੈਰ ਵੀ ਚੁੱਕ ਲਾ। ਕਹਿੰਦਾ ਮੈਂ ਦੂਜਾ ਪੈਰ ਕਿੱਦਾਂ ਚੁੱਕ ਸਕਣਾ ਹੈ, ਦੂਜਾ ਪੈਰ ਤਾਂ ਮੈਂ ਕਿਸ਼ਤੀ 'ਚ ਬੈਠਾ, ਦੂਸਰਾ ਮੈਂ ਇੱਕ ਪੈਰ ਦੇ ਉੱਤੇ ਖੜਾ, ਅਗਰ ਮੈਂ ਦੂਜਾ ਪੈਰ ਵੀ ਚੁੱਕ ਲਿਆ ਤਾਂ ਮੈਂ ਤਾਂ ਗਿਰ ਜਾਵਾਂਗਾ ਪਾਣੀ ਦੇ ਵਿੱਚ, ਕੋਈ ਬਚਣ ਦਾ ਚਾਂਸ ਹੀ ਨਹੀਂ ਹੈ। ਤੇ ਮਗਰ ਹਜ਼ਰਤ ਸਾਹਿਬ ਨੇ ਕਿਹਾ ਕਿ ਜਦੋਂ ਮੈਂ ਤੈਨੂੰ ਕਿਹਾ ਸੀ ਇੱਕ ਪੈਰ ਚੁੱਕ, ਮੈਂ ਤੈਨੂੰ ਐ ਨਹੀਂ ਸੀ ਕਿਹਾ ਕਿ ਤੂੰ ਸੱਜਾ ਚੁੱਕ ਜਾਂ ਖੱਬਾ ਚੁੱਕ, ਮੈਂ ਤੈਨੂੰ ਕਿਹਾ ਸੀ ਖੜਾ ਹੋ ਜਾ, ਇੱਕ ਪੈਰ ਚੁੱਕ ਲੈ। ਇਹ ਤੂੰ ਡਿਸਾਈਡ ਕੀਤਾ ਕਿ ਤੂੰ ਸੱਜਾ ਪੈਰ ਚੁੱਕਣਾ ਹੈ, ਤੂੰ ਖੱਬਾ ਵੀ ਚੁੱਕ ਸਕਦਾ ਸੀ। ਇਸ ਲਈ ਤੂੰ ਆਪਣੀ ਜ਼ਿੰਦਗੀ 'ਚ ਸੁੱਖ ਲੈਣੇ ਨੇ ਕਿ ਦੁੱਖ ਲੈਣੇ ਨੇ, ਇਹ ਤੇਰੀ ਫ੍ਰੀ ਵਿਲ ਹੈ। ਪਰਮਾਤਮਾ ਇਹਦੇ 'ਚ ਇੰਟਰਫੇਅਰ ਨਹੀਂ ਕਰ ਰਿਹਾ। ਪਰਮਾਤਮਾ ਦੀ ਕੋਈ ਹਸਤੀ ਨਹੀਂ ਹੈ ਕਿ ਉਹ ਤੇਰੀ ਇਸ ਫ੍ਰੀ ਵਿਲ ਦੇ ਵਿੱਚ ਦਖਲ ਅੰਦਾਜ਼ੀ ਕਰੇ। ਸੋ ਇੱਕ ਬਹੁਤ ਬਿਊਟੀਫੁਲ ਕਨਸੈਪਟ ਹੈ ਜਿਸ ਨੂੰ ਅਸੀਂ ਸਮਝ ਲਈਏ। ਔਰ ਅਸੀਂ ਕ੍ਰੀਏਟ ਕਰ ਸਕਦੀ ਹਾਂ ਜੋ ਮੈਂ ਚਾਹਨੀ ਹਾਂ, ਮੈਂ ਉਸ ਚੀਜ਼ ਨੂੰ ਕ੍ਰੀਏਟ ਕਰ ਸਕਦੀ ਹਾਂ। ਸੁੱਖ ਜਾਂ ਦੁੱਖ ਜੋ ਵੀ ਮੈਂ ਚਾਹ ਰਹੀ ਹਾਂ, ਇਹ ਮੇਰੀ ਫ੍ਰੀ ਵਿਲ ਹੈ, ਮੈਂ ਕੀ ਕ੍ਰੀਏਟ ਕਰਨਾ ਚਾਹਨੀ ਹਾਂ। ਔਰ ਕਿਉਂਕਿ ਇਹ ਜਿਹੜੀ ਖੂਬਸੂਰਤ ਸੰਸਾਰ ਹੈ, ਇਹ ਜਿਹੜਾ ਖੂਬਸੂਰਤ ਦੁਨੀਆ ਹੈ, ਇਹ ਕਿੱਥੋਂ ਬਣੀ ਹੈ? ਫ੍ਰੀ ਵਿਲ ਸੌਰੀ ਥਾਟ ਤੋਂ ਬਣੀ ਹੈ। ਈਸ਼ਵਰ ਨੇ ਸੋਚਿਆ, ਜਿਸ ਵਿਚਾਰ ਦੇ ਨਾਲ ਇਹ ਖੂਬਸੂਰਤ ਦੁਨੀਆ ਬਣੀ, ਉਹ ਵਿਚਾਰ ਈਸ਼ਵਰ ਨੇ ਸਾਨੂੰ ਵੀ ਦਿੱਤਾ ਹੈ। ਦੇਖੋ, ਹੋਰ ਕਿਸੇ ਦੇ ਅੰਦਰ ਵਿਚਾਰ ਨਹੀਂ ਆਉਂਦੇ, ਸਾਡੇ ਅੰਦਰ ਹੀ ਵਿਚਾਰ ਆਉਂਦੇ ਨੇ। ਵਿਚਾਰ ਕਰਨ ਦੀ ਸ਼ਕਤੀ ਜਿਹੜੀ ਹੈ ਪਰਮਾਤਮਾ ਨੇ ਸਾਨੂੰ ਹੀ ਦਿੱਤੀ, ਔਰ ਕਿਸੇ ਨੂੰ ਨਹੀਂ ਦਿੱਤੀ। ਅਗਰ ਅਸੀਂ ਪਸ਼ੂ ਪਕਸ਼ੀ ਤੋਂ ਲੈ ਕੇ, ਜਿਸ ਤਰ੍ਹਾਂ ਇਹ ਵੀ ਮੈਂ ਮਸਕੀਨ ਜੀ ਤੋਂ ਹੀ ਸੁਣਿਆ ਕਿ ਮਿੱਟੀ ਰੋੜ, ਇਹ ਸਭ ਜੋ ਖਣਿਜ ਚੀਜ਼ਾਂ ਤੋਂ ਕਰਦੇ 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 ਅਸੀਂ ਧੀਰੇ ਧੀਰੇ ਇਵੋਲਵ ਹੁੰਦੇ 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 ਪਰਮਾਤਮਾ ਨੇ ਇਨਸਾਨ ਬਣਾਇਆ। ਇਨਸਾਨ ਨੂੰ ਬਣਾਉਣ ਤੋਂ ਬਾਅਦ ਉਹਨੇ ਕਿਹਾ ਕਿ ਲੈ ਯਸ, ਇਹ ਮੇਰੀ ਬਿਊਟੀਫੁਲ ਕ੍ਰਿਤੀ ਹੈ, ਇਸ ਤੋਂ ਅੱਗੇ ਹੁਣ ਕੋਈ ਵੀ ਚੀਜ਼ ਸੰਭਵ ਨਹੀਂ ਹੈ। ਜੋ ਕੁਝ ਵੀ ਉਹਦਾ ਆਪਣਾ ਸੀ, ਜੋ ਕੁਝ ਵੀ ਉਹ ਸਾਨੂੰ ਦੇ ਸਕਦਾ ਸੀ, ਸਾਨੂੰ ਬਣਾ ਕੇ ਉਹਨੇ ਆਪਣੀ ਕ੍ਰੀਏਸ਼ਨ ਕੰਪਲੀਟ ਕਰ ਦਿੱਤੀ। ਤਾਂ ਜਿਸ ਥਾਟ ਤੇ ਉਸਨੇ ਸਾਨੂੰ ਬਣਾਇਆ, ਜਿਸ ਪਿਆਰ ਦੇ ਨਾਲ, ਜਿਸ ਪਿਆਰ ਦੇ ਵਿਚਾਰ ਦੇ ਨਾਲ ਉਸਨੇ ਸਾਡੀ ਇਹ ਸ੍ਰਿਸ਼ਟੀ ਬਣਾਈ, ਅਸੀਂ ਬਣਾਏ, ਉਹੀ ਵਿਚਾਰ ਕਰਨ ਦੀ ਤਾਕਤ ਉਹਨੇ ਸਾਨੂੰ ਵੀ ਤਾਂ ਦਿੱਤੀ ਹੈ। ਸੋਚਣ ਦੀ ਸ਼ਕਤੀ, ਥਾਟ ਦੀ ਸ਼ਕਤੀ, ਉਸ ਵਿਚਾਰ ਦੀ ਸ਼ਕਤੀ ਉਹਨੇ ਸਾਨੂੰ ਵੀ ਤਾਂ ਦਿੱਤੀ ਹੈ। ਤਾਂ ਇਹ ਆਪਣੀ ਦੁਨੀਆ ਦੇ ਵਿੱਚ ਇਸ ਵਿਚਾਰ ਦੇ ਦੁਆਰਾ ਅਸੀਂ ਵੀ ਚੀਜ਼ਾਂ ਕ੍ਰੀਏਟ ਕਰ ਸਕਦੇ ਹਾਂ, ਇਸ ਵਿਚਾਰ ਦੇ ਦੁਆਰਾ। ਹੁਣ ਅਸੀਂ ਅੱਗੇ ਥੋੜਾ ਹੋਰ ਚਲੀਏ। ਇਹ ਜਿਹੜਾ ਸੰਸਾਰ ਹੈ, ਇਹ ਕੁਝ ਹਰ ਇੱਕ ਇੰਡੀਵਿਜੂਅਲ ਕ੍ਰੀਏਸ਼ਨਸ ਹੈ। ਅਸੀਂ ਸੰਸਾਰ ਦੀ ਗੱਲ ਨਹੀਂ ਕਰਦੇ, ਅਸੀਂ ਫਿਲਹਾਲ ਆਪਣੇ ਘਰ ਦੀ ਗੱਲ ਕਰਨੇ ਆ ਕਿ ਇਹ ਜੋ ਮੇਰਾ ਪਰਿਵਾਰ ਹੈ 4 ਬੰਦਿਆਂ ਦਾ, ਅੱਜ ਕੱਲ ਕਨਸੈਪਟ ਕੀ ਹੈ? 2 ਹਮ 2 ਹਮਾਰੇ 2। ਅੱਜ ਕੱਲ ਤਾਂ ਉਹ ਵੀ ਨਹੀਂ ਰਿਹਾ ਵੈਸੇ, ਅੱਜ ਕੱਲ ਤਾਂ ਹਮ 2 और हमारा 1। ਲੇਕਿਨ ਚਲੋ ਅਸੀਂ 4 ਨੂੰ ਪਕੜ ਕੇ ਚੱਲਦੇ ਹਾਂ ਕਿ ਹਮ 2 ਹਮਾਰੇ 2। ਇਹ 4 ਬੰਦੇ ਦੀ ਕ੍ਰੀਏਸ਼ਨ ਹੈ, ਇਹ ਮੇਰੀ ਸ੍ਰਿਸ਼ਟੀ ਹੈ, ਇਹ ਮੇਰੀ ਦੁਨੀਆ ਹੈ, ਇਹ ਜਿਹੜਾ ਮੇਰਾ ਹੈ ਏਰੀਆ ਹੈ, ਇਹ ਮੇਰਾ ਹੈ, ਮੈਂ और ਮੇਰਾ परिवार। ਹੁਣ ਇਹ ਇੱਕ ਤਾਂ ਮੇਰੀ ਕ੍ਰੀਏਸ਼ਨ ਹੈ, ਮੇਰੇ 4 परिवार। ਇੱਕ ਜਿਹੜੇ ਮੇਰੇ 4 परिवार ਦੇ ਮੈਂਬਰਸ ਨੇ, ਹਰ ਇੱਕ ਦੀ ਆਪਣੀ ਆਪਣੀ ਦੁਨੀਆ ਹੈ, ਹਰ ਇੱਕ ਇੰਡੀਵਿਜੂਅਲ ਦੀ ਆਪਣੀ ਇੱਕ ਕ੍ਰੀਏਸ਼ਨ ਹੈ। ਮੇਰੀ ਕ੍ਰੀਏਸ਼ਨ ਦੇ ਵਿੱਚ ਮੈਂ ਔਰ ਮੇਰਾ परिवार, ਇੱਕ ਹਰ परिवार ਦੇ ਜਿਹੜੇ 4 ਮੈਂਬਰਸ ਨੇ, ਇਹਨਾਂ ਹਰ ਇੱਕ परिवार ਦੀ ਆਪਣੀ ਇੰਡੀਵਿਜੂਅਲ ਕ੍ਰੀਏਸ਼ਨ ਵੀ ਹੈ। ਔਰ ਹਰ ਪਰਸਨ ਜਿਹੜਾ ਹੈ, ਇਹ ਸਾਰੇ ਲੋਕਾਂ ਦੀ ਮਿਲਾ ਕੇ ਇੱਕ ਮੇਰੇ ਆਸੇ ਪਾਸੇ ਇੱਕ ਸ੍ਰਿਸ਼ਟੀ ਬਣਾ ਲਈ ਹੈ ਮੈਂ। ਅਸੀਂ ਹਾਲੇ ਕਿਉਂਕਿ ਕਨਸੈਪਟ ਅਸੀਂ ਸ੍ਰਿਸ਼ਟੀ ਦਾ ਸਮਝਣਾ ਤਾਂ ਘਰ ਤੋਂ ਸਮਝੀਏ। ਇਹ ਮੈਂ ਇੱਕ ਆਪਣੇ ਆਸੇ ਪਾਸੇ ਇੱਕ ਆਪਣੀ ਹੀ ਦੁਨੀਆ ਰਚ ਕੇ ਬੈਠ ਗਈ ਹਾਂ। ਮੈਂ, ਮੇਰੇ 4 ਬੰਦੇ, ਮੇਰੇ ਜਿਹੜੇ 4 परिवार ਦੇ ਲੋਕ ਨੇ, ਉਹਨਾਂ ਦੇ ਅੰਦਰ ਵੀ ਆਪਣੇ ਆਪਣੇ ਹਰ ਇੱਕ ਇੰਡੀਵਿਜੂਅਲ ਦੀ ਆਪਣੀ ਆਪਣੀ ਦੁਨੀਆ ਹੈ, ਆਪਣੇ ਆਪਣੇ ਲੋਕ ਨੇ, ਆਪਣੀ ਆਪਣੀ ਇੱਕ ਅਲੱਗ ਉਹਨਾਂ ਦੀ ਆਪਣੀ ਆਪਣੀ ਦੁਨੀਆ। ਯਾਨੀ ਇਹ ਅਸੀਂ ਇੱਕ ਦੁਨੀਆ ਮੇਰੀ ਬਣ ਚੁੱਕੀ ਹੈ। ਅਸੀਂ ਸਾਰੇ ਕੀ ਕਰ ਰਹੇ ਹਾਂ? ਐਕਟਰ ਹਾਂ, ਐਕਟਿੰਗ ਕਰ ਰਹੇ ਹਾਂ ਇੱਕ ਦੂਸਰੇ ਦੀ ਸਕ੍ਰਿਪਟ ਦੇ ਵਿੱਚ। ਅਸੀਂ ਚਾਰੋਂ ਬੰਦੇ ਔਰ ਸਾਡੇ 4 ਦੇ ਨਾਲ ਜੁੜੇ ਹੋਏ ਜਿਹੜੇ ਹੋਰ ਮੈਂਬਰਸ ਨੇ, 4 ਦੇ ਆਪਣੇ ਆਪਣੇ ਹੈ ਨਾ, ਹੋਰ ਵੀ ਕੋਈ, ਅਸੀਂ 4 ਹੀ ਤਾਂ ਨਹੀਂ ਆ, ਸਾਡੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਨਾ। ਤੇ ਇਹ ਸਾਰੇ ਮੇਰੀ ਸਕ੍ਰਿਪਟ ਦੇ ਵਿੱਚ ਨੇ, ਇਹ ਸਾਰੇ ਜਣੇ ਮੇਰਾ ਰੋਲ ਮੇਰੇ ਜੀਵਨ ਦੇ ਵਿੱਚ ਰੋਲ ਅਦਾ ਕਰ ਰਹੇ ਨੇ, ਐਕਟਿੰਗ ਕਰ ਰਹੇ ਨੇ। ਇਹ ਸਾਰੇ ਲੋਕ ਮੇਰੀ ਫੈਮਿਲੀ ਮੈਂਬਰਸ, ਇਹ ਮੇਰੀ ਦੁਨੀਆ ਹੈ। ਆਪਣੀ ਦੁਨੀਆ ਦੀ ਮੈਂ ਖੁਦ ਹੀ ਰਾਈਟਰ ਹਾਂ, ਖੁਦ ਹੀ ਡਾਇਰੈਕਟਰ ਹਾਂ, ਖੁਦ ਹੀ ਪ੍ਰੋਡਿਊਸਰ ਹਾਂ। ਔਰ ਜਿਹੜਾ ਲੀਡ ਕਰੈਕਟਰ ਕਰਨਾ, ਮੇਨ ਰੋਲ ਜਿਹੜਾ ਉਸ ਪਿਕਚਰ ਦੇ ਵਿੱਚ, ਇਸ ਫੈਮਿਲੀ ਦੇ ਵਿੱਚ, ਜਾਂ ਇਸ ਮੇਰੀ ਜਿਹੜੀ ਦੁਨੀਆ ਮੈਂ ਬਣਾਈ ਹੈ ਆਪਣੀ, ਆਪਣੇ ਆਸੇ ਪਾਸੇ, ਜੋ ਲੀਡ ਰੋਲ ਜੋ ਕਰਨਾ ਉਹ ਵੀ ਮੈਂ ਹੀ ਕਰਨਾ ਹੈ। ਲੀਡ ਰੋਲ ਵੀ ਮੇਰਾ ਹੀ ਹੈ। ਮੇਰੀ ਦੁਨੀਆ ਦੇ ਵਿੱਚ ਮੈਂ ਹੀ ਆਪਣੀ ਦੁਨੀਆ ਦਾ ਲੀਡ ਰੋਲ, ਮੀਨਸ ਮੇਨ ਜਿਹੜਾ ਹੀਰੋ ਹੀਰੋਇਨ ਦਾ ਜਿਹੜਾ ਰੋਲ ਹੈ, ਉਹ ਮੈਂ ਆਪਣੀ ਦੁਨੀਆ ਦੇ ਵਿੱਚ ਖੁਦ ਕਰ ਰਹੀ ਹਾਂ।
और क्योंकि मेरी दुनिया के लोग ने वो सारे मेरे एक्टर्स ने जिहड़े मेरे आसे पासे ने, और सारे जने मेरी क्रिएशन दे विच उस तरीके दे नाल एक्टिंग कर रहे ने जिस तरीके दे नाल मैं डायरेक्ट कर रही हूँ। और मैं डायरेक्ट कित्थों कर रही हूँ? थॉट प्रोसेस तो। अगर मैं सोच रही हूँ कि मैं बहुत गरीब हाँ, मैनू लुटिया गया, मेरे नाल चीट किया गया, मेरे नाल धोखा हो गया, तो जेड़े मेरे आसे पासे दे एक्टर ने, मेरे ही फैमिली मैंबर होंगे ना, मेरे ही आसे पासे दी दुनिया दे लोग, वो जरूर मैनू ओबलाइज करनगे ए रोल अदा करके और अपना बेस्ट रोल देंगे। वो सानू ओबलाइज करनगे, साडे उत्ते कृपा करनगे। और अगर मैं सोच रही हूँ कि मैं बीमार हाँ और यकीन जानो मेरी जिंदगी दे विच कोई ऐसा एक्टर आ जाएगा जो उस बीमारी नू मेरे अंदर ट्रांसमिट कर देगा, मेरे अंदर पैदा कर देगा। इस गल नू समझण लई अनीता मूरजानी दी बुक डाइंग टू बी मी बहुत ही प्यारी किताब है। आज भी वो लेडी जिंदा है और सेमिनार्स कर रही है कि किस तरीके दे नाल उसने बीमारी नू इनवाइट किया, कैंसर वर्गी बीमारी नू अपनी बॉडी दे विच इनवाइट किया। बहुत खूबसूरत ओदी बुक असी जरूर पढ़ी है, अगर नहीं पढ़ी है, डाइंग टू बी मी, अनीता मूरजानी, जिहदे च उसने इस कॉन्सेप्ट नू पूरा क्लीयर किया है। और अगर मैं सोच रही हूँ कि मैं तो विचारी हाँ, मेरा तो कोई बुकत ही नहीं, जेड़ा बंदा आए मेरे ठोकर मारे और चला जाए, है ना, घुंघरू की तरह बजता ही रहा हूं मैं, है ना। तो जेकर मैं ऐ सोच रही हूँ कि जेड़ा मर्जी आए मैनू डंडा मारे और मैनू वजा के चला जाए, जेड़ा मर्जी आए मेरी इंसल्ट करे, मेरी बेइज्जती करे, जेड़ा भी बंदा आंदा मेरी इंसल्ट करता, मेरी बेइज्जती कर देंदा है, मैनू अब्यूज कर रहा है, मैनू मार रहा है, कुट रहा है, तो ऑफ कोर्स मेरे ही आसे पासे कोई एक्टर आ जाएगा। मेरी इस जेड़े मैं डायलॉग्स अपने आप को दे रही हाँ, जेड़ी मैं स्क्रिप्ट लिख रही हाँ, उसनू ओदे उत्ते एक्ट करन वास्ते मेरे ही आसे पासे कोई आ जाएगा। जदों असी ए समझ लवांगे कि जिन्हां लोकां दे उत्ते मैं ग्रजिस रख के बैठी हाँ, जिन्हां लोकां दे नाल मैनू मलाल है, मैनू दुख है, मैनू इस चीज दी कहंदे ने ना कि दुख महसूस कर रही हूँ अपने हिरदे दे विच कि इन्हां लोकां ने मैनू चीट किया या इन्हां लोकां ने मैनू दुख पहुंचाया। और जदों मैनू ए समझ आ जाएगी इस चीज दी कि ए सारे एक्टर ने, क्योंकि मैं अपने दिमाग दे विच ए सोच क्रिएट की कि ए मेरे नाल धोखा दे रहे ने, ए मैनू चीट कर रहे ने, ए मेरी इंसल्ट कर रहे ने, ए मेरी बेइज्जती कर रहे ने, एहो जे थॉट मैं अपने अंदर क्रिएट किते, पहले इन्हां नू ए सोच मेरे अंदर आ गई, इस करके ए तो एक्टिंग कर रहे ने क्योंकि मैं इन्हां नू प्रोत्साहित किया है ए एक्टिंग करन दे वास्ते। जदों इस चीज की समझ आ जाएगी तो सानू माफ करना आसान हो जाएगा। हुण इहदे च माफ करना नहीं है, फॉरगिव, फॉरगिव देन लई असी तैयार हो जावांगे। की देंगे? जो चीज मेरे होएगी। मेरे कोल की है? प्यार। बनी किहदे नाल है? प्यार दे नाल। प्यार तो अलावा तो कुछ है ही नहीं मेरे कोल। परमात्मा ने तो मैनू प्यार नाल ही बनाया और फिर मेरे लिए देना आसान हो जाएगा। पास दे विच असी जदों भी किसी नू माफ किया ते असी की क्या उन्हों कि बई ठीक है मैं तेनू माफ कर देनी हाँ, मैनू पता है तू मेरे नाल बहुत बुरा किया है, मैं जानती हूँ तू मेरे नाल बहुत बुरा किया है, लेकिन हुण मैं डिसाइड किया है कि मैं हुण अपने मन के अंदर कोई मलाल नहीं रखना, कोई ग्रजिस नहीं रखने, कोई रोष नहीं रखना। हुण मैं डिसाइड किया कि हुण मैं तेनू माफ कर देना है और इसलिए मैं हुण तेनू माफ कर दिता, तू हुण मेरे लिए कोई भी अपने मन दे विच बुरा ना सोची, मैं तेनू माफ कर दिता है। जदों मैं तू मेरे नाल बहुत बुराई की, इस चीज नू मैं भुलाने की कोशिश करांगी और मैं भुलाने की कोशिश के बारे तैयारी शुरू कर दी है। अगर मैं ए सोच दे नाल काम कर रही हाँ, फॉरगिव कर रही हाँ, फॉरगिव, फॉरगिव नहीं फॉरगिव, अगर मैं इस तरीके नाल कर रही हाँ तो मेरा जिहड़ा ध्यान है वो किहदे उत्ते? मिसटेक दे उत्ते, गलती दे उत्ते। किहदी गलती? तुहाडी गलती। तू गलती कीती है, मैं डिसाइड किया तेनू माफ करन लई, तो गलती दे उत्ते मेरा फोकस किहदे उत्ते है? गलती दे उत्ते। और नियम की है? जिस चीज ते असीं ध्यान देंगे वो चीज कई गुना वध के साडे कोल आएगी। तो मेरा ध्यान किहदे ते है? मिसटेक दे उत्ते। तो रूल काम नहीं कर रहा। इस करके हुण असीं की करना है
कि ਇਹ ਜਿਹੜਾ ਥਾਟ ਹੈ ਮੇਰਾ ਕਿ ਮੈਂ ਤੈਨੂੰ ਮਾਫ ਕਰਨਾ ਹੈ, ਤੂੰ ਮੈਨੂੰ ਗਲਤ ਕੀਤਾ ਹੈ, ਮੈਂ ਮਾਫ ਕਰਕੇ ਤੇਰੇ ਤੇ ਉਪਕਾਰ ਕਰ ਰਹੀ ਹਾਂ, ਤਾਂ ਇਹ ਇੱਕ ਇਲੂਜ਼ਨ ਹੈ, ਇਹ ਮਾਇਆ ਹੈ। ਮਾਇਆ ਮੀਨਸ ਮੈਂ ਆਇਆ, ਮੇਰੇ ਨਾਲ ਧੋਖਾ ਹੋਇਆ, ਮੈਨੂੰ ਚੀਟ ਕੀਤਾ, ਸਾਰੇ ਵਿਚਾਰ ਕਿਹੜੇ ਨੇ, ਮੈਂ ਦੇ। ਤਾਂ ਇਹ ਜਿਹੜੇ ਜਿਤਨੇ ਵੀ ਮੈਂ ਦੇ ਵਿਚਾਰ ਨੇ, ਇਹ ਸਾਰੇ ਇਲੂਜ਼ਨਸ ਨੇ, ਮਾਇਆ ਦੇ ਵਿਚਾਰ ਨੇ। ਔਰ ਅਸੀਂ ਹੁਣ ਇਹਦੇ ਤੇ ਅਲਰਟ ਹੋ ਜਾਣਾ ਹੈ। ਇਸ ਕਰਕੇ ਸਾਨੂੰ ਸਮਝਣਾ ਕੀ ਹੈ ਕਿ ਮੇਰੀ ਫ੍ਰੀ ਵਿਲ ਤੋਂ ਬਿਨਾ, ਮੇਰੀ ਮਰਜ਼ੀ ਤੋਂ ਬਿਨਾ ਕਿਸੇ ਦੇ ਵਿੱਚ ਵੀ ਇਤਨੀ ਤਾਕਤ ਨਹੀਂ ਹੈ ਕਿ ਉਹ ਮੈਨੂੰ ਨੁਕਸਾਨ ਪਹੁੰਚਾ ਸਕੇ, ਮੈਨੂੰ ਦੁੱਖ ਪਹੁੰਚਾ ਸਕੇ, ਮੇਰੇ ਨਾਲ ਚੀਟ ਕਰ ਸਕੇ। ਇਹ ਇੰਪੋਸੀਬਲ ਹੈ, ਪੋਸੀਬਲ ਹੀ ਨਹੀਂ ਹੈ, ਕਿਸੇ ਵੀ ਤਰੀਕੇ ਦੇ ਨਾਲ ਇਹ ਚੀਜ਼ ਪੋਸੀਬਲ ਨਹੀਂ ਹੈ। ਮੈਂ ਜਾਣੇ ਅਣਜਾਣੇ ਉਹਨੂੰ ਇਹ ਪਰਮਿਸ਼ਨ ਦੇ ਦਿੱਤੀ, ਮੇਰੇ ਕੋਲੋਂ ਇਹ ਚੀਜ਼ ਹੋ ਗਈ। ਇਸ ਕਰਕੇ ਅਗਰ ਅਸੀਂ ਇਸ ਤਰੀਕੇ ਨਾਲ ਕਿਸੇ ਨੂੰ ਫੋਰਗਿਵ ਕਰ ਰਹੇ ਹਾਂ, ਮਾਫ ਕਰ ਰਹੇ ਹਾਂ, ਤਾਂ ਇਹ ਫੋਰਗਿਵਨੈਸ ਨਹੀਂ ਹੈ, ਇਹ ਫੋਰਗਿਵਨੈਸ ਨਹੀਂ ਹੈ, ਕਿਸੇ ਵੀ ਕੀਮਤ ਤੇ ਨਹੀਂ। ਇਸ ਤੋਂ ਇਲਾਵਾ ਸਾਨੂੰ ਸੋਚਣਾ ਕੀ ਹੈ, ਸਾਡੀ ਸੋਚ ਕੀ ਹੋਣੀ ਚਾਹੀਦੀ ਹੈ ਕਿ ਮੈਂ ਇਹ ਸੋਚ ਕੇ ਗਲਤੀ ਕੀਤੀ ਕਿ ਮੈਂ ਇਹ ਸੋਚਿਆ ਕਿ ਤੂੰ ਮੈਨੂੰ ਨੁਕਸਾਨ ਪਹੁੰਚਾਇਆ, ਮੇਰੇ ਕੋਲੋਂ ਗਲਤੀ ਹੋ ਗਈ, ਮੇਰੀ ਸੋਚ ਦੇ ਵਿੱਚ ਇਹ ਗਲਤੀ ਹੋ ਗਈ ਕਿ ਤੂੰ ਮੈਨੂੰ ਨੁਕਸਾਨ ਪਹੁੰਚਾਇਆ, ਤੂੰ ਮੈਨੂੰ ਹਰਟ ਕੀਤਾ, ਤੂੰ ਮੈਨੂੰ ਚੀਟ ਕੀਤਾ। ਇਹ ਜੋ ਮੇਰੀ ਸੋਚ ਸੀਗੀ, ਇਹ ਸੋਚ ਗਲਤ ਸੀ। दूसरों में दोष है, इस विचार में दोष है। सानू ये पंक्ति मिली सी बहुत साल पहले और होमवर्क भी कराया गया इस पंक्ति दे उत्ते काफी साल। पूरा दा पूरा एक बुक है मेरे कोल जिस दे विच इस 5 रहस्य 5 सीक्रेट्स उस किताब रहस्य ਜਿਹਦੇ ਵਿੱਚੋਂ ਇੱਕ ਰਹੱਸ ਇਹ ਵੀ ਸੀਗਾ ਜਿਸ ਦੇ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸਾਹਮਣੇ ਵਾਲਾ ਬੰਦਾ ਤਾਂ ਸਿਰਫ ਐਕਟਿੰਗ ਕਰ ਰਿਹਾ ਹੈ। ਕਿਉਂ ਕਰ ਰਿਹਾ ਹੈ? ਕਿਉਂਕਿ ਮੈਂ ਉਹਨੂੰ प्रेरित किया है इस तरीके की एक्टिंग करने वास्ते। तो बहुत खूबसूरत कॉन्सेप्ट सीगा और यही असी हुण समझ रहे हैं इत्थे भी कि असी ये गलत सोच के गलती की कि तू मैनू हर्ट किया, ए मेरी सोच गलत सीगी। हुण मैं समझ आ रहा है कि तू ये जो कुछ भी किया है मेरी जिंदगी दे विच, क्योंकि मैं इनवाइट किया है, ए इनविटेशन मेरा सी, जाने अनजाने मेरे वालों इनविटेशन चला गया। मैं बेहोश सी, अज्ञानता दे विच सीगी, नहीं समझ पा रही सी या समझ पा रहा सी। और मैनू हुण समझ आ गई है कि ना तू ना ही इस संसार दे विच कोई दूसरा, किसी च इतनी ताकत नहीं है कि वो मैनू हर्ट कर सके। अज मैनू ये समझ आ गई है क्योंकि मैं परफेक्ट हाँ, मैं हमेशा परफेक्ट रवांगी और इस क्षण भी मैं परफेक्ट ही हाँ। असी इस चीज नू, इस सच्चाई नू कदी भी बदल नहीं सकते। इसलिए असी अपने जीवन दे विच हुण इस सच्चाई नू जान लिया है ते असी हुण समझ जाइए कि साडा जिहड़ा जीवन है वो सिर्फ प्यार नू देन वास्ते ही बनिया है। फॉर गिव लव, नॉट फॉर गिव। माई लाइफ इज फॉर गिव लव, बस यही जीवन है। फॉर गिव लव, प्यार नो देना, इहदे च कोई भी दूसरा कुछ भी जिहड़ा एस्पेक्ट है काम नहीं कर रहा है। आई होप ए चीज तुहानू समझ आ गई होएगी। अगर नहीं समझ आई है तो असी अपना जिहड़ा ध्यान दा सेशन है थोड़ा शॉर्ट करके थोड़ा इनू होर समझने की कोशिश करांगे, क्योंकि मेरे जीवन दे विच जो कुछ भी हो रहा है वो मैं ही इनवाइट किया है। एक नूर ते सब जग उपजिया, कौन पले को मंदे। और यह चीज जो मैं अपने एक्सपीरियंस तो बोल रही हूँ क्योंकि काफी सालों तो इस टॉपिक दे उत्ते काम करवाया जा रहा सी। और हुण तो यह सीन आ गया कि जेडे बंदे अपनी जिंदगी दे विच नैगेटिव रोल अदा कर रहे ने, सच्ची उन्हां लोकां ने तो उत्ते तरस आंदा सी जिन्हों कंपैशन असी कह रहे हैं। असी कहने ना कि करुणा भाव है ना, असी बुद्ध दे विच कहने बुद्ध दा करुणा है, बुद्ध नूं करुणा सीगी। किहदे उत्ते करुणा सीगी? उस हर किसी दे उत्ते करुणा कर रहा सी। एक कहानी कह के मैं अपनी गल इत्थे समाप्त करांगी कि कहंदे ने कि जदों महात्मा बुद्ध दे कोल उन्हां दा एक चेला आया
ਤੇ ਉਹਨੇ ਕਿਹਾ ਕਿ ਮੈਂ ਫਲਾਨੀ ਫਲਾਨੀ ਜਗ੍ਹਾ ਦੇ ਉੱਤੇ ਜਾ ਕੇ ਪ੍ਰਚਾਰ ਕਰਨਾ ਚਾਹਨਾ। ਤੇ ਮਹਾਤਮਾ ਬੁੱਧ ਨੇ ਕਿਹਾ ਕਿ ਉੱਥੋਂ ਦੇ ਲੋਕੀ ਤਾਂ ਬਹੁਤ ਨੇ ਔਰ ਦੇਖਦੇ ਸਾਰੋਂ ਮਾਰ ਦਿੰਦੇ ਨੇ, ਤੇ ਤੂੰ ਕਿਸੇ ਹੋਰ ਏਰੀਆ 'ਚ ਚਲਾ ਜਾ। ਤੇ ਕਹਿੰਦੇ ਨਹੀਂ, ਮੈਂ ਉਸ ਏਰੀਆ 'ਚ ਹੀ ਜਾਣਾ ਹੈ, ਬਾਕੀ ਜਗ੍ਹਾ ਤੇ ਜਾਣ ਵਾਸਤੇ ਤਾਂ ਬਹੁਤ ਲੋਕ ਹੈਗੇ ਨੇ। ਤੇ ਕਹਿੰਦੇ ਨੇ ਮਹਾਤਮਾ ਬੁੱਧ ਨੇ ਕਿਹਾ ਕਿ ਤੂੰ ਉੱਥੇ ਜਾਏਗਾ ਔਰ ਅਗਰ ਉੱਥੇ ਲੋਕਾਂ ਨੇ ਤੈਨੂੰ ਗਾਲਾਂ ਕੱਢੀਆਂ, ਤੂੰ ਤਾਂ ਪ੍ਰਚਾਰ ਕਰੇਗਾ ਪ੍ਰੇਮ ਦਾ ਔਰ ਇਹ ਸਾਰਿਆਂ ਦਾ, ਤੇ ਤੈਨੂੰ ਮਾਰਿਆ ਤੇ ਗਾਲਾਂ ਕੱਢੀਆਂ, ਤੇ ਤੂੰ ਕੀ ਕਰੇਗਾ? ਕਹਿੰਦੇ ਮੈਂ ਉਹਨੂੰ ਕਹਾਂਗਾ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਗਾਲਾਂ ਹੀ ਕੱਢੀਆਂ, ਤੁਸੀਂ ਮੈਨੂੰ ਮਾਰਿਆ ਤਾਂ ਨਹੀਂ। ਕਹਿੰਦੇ ਅਗਰ ਮੰਨ ਲੈ ਉਹਨਾਂ ਨੇ ਤੈਨੂੰ ਮਾਰਿਆ, ਥੱਪੜ ਮਾਰੇ, ਤੇ ਮੈਂ ਕਹਾਂਗਾ ਫਿਰ ਤੂੰ ਕੀ ਕਰੇਗਾ? ਕਹਿੰਦੇ ਉਹ ਕਹਿੰਦੇ ਮੈਂ ਉਹਨਾਂ ਨੂੰ ਕਹਾਂਗਾ ਕਿ ਸ਼ੁਕਰ ਹੈ ਤੁਸੀਂ ਮੈਨੂੰ ਥੱਪੜ ਹੀ ਮਾਰਿਆ, ਤੁਸੀਂ ਮੈਨੂੰ ਡੰਡਿਆਂ ਨਾਲ ਨਹੀਂ ਕੁੱਟਿਆ। ਮਹਾਤਮਾ ਬੁੱਧ ਕਹਿੰਦੇ ਕਿ ਅਗਰ ਉਹਨੇ ਤੈਨੂੰ ਡੰਡਿਆਂ ਨਾਲ ਕੁੱਟਿਆ ਫਿਰ ਤੂੰ ਕੀ ਕਹੇਗਾ? ਕਹਿੰਦੇ ਮੈਂ ਕਹਾਂਗਾ ਚੰਗਾ ਕੀਤਾ ਤੁਸੀਂ ਮੈਨੂੰ ਡੰਡਿਆਂ ਨਾਲ ਕੁੱਟਿਆ, ਮੇਰੇ ਸਰੀਰ ਜ਼ਖਮੀ ਕਰ ਦਿੱਤਾ, ਮੈਨੂੰ ਜਾਨੋਂ ਤਾਂ ਨਹੀਂ ਮਾਰਿਆ, ਮੈਂ ਜਿੰਦਾ ਹੈਗਾ, ਹੱਥ ਪੈਰ ਹੀ ਟੁੱਟੇ ਨੇ ਮੇਰੇ, ਜਿੰਦਾ ਵਾਂ ਮੈਂ, ਸਾਹ ਲੈ ਸਕਦਾ, ਸਾਹ ਦੇ ਨਾਲ ਮੈਂ ਆਪਣੇ ਮਾਲਕ ਨੂੰ ਯਾਦ ਕਰ ਸਕਦਾ। ਮਹਾਤਮਾ ਬੁੱਧ ਹੱਸ ਪਏ ਔਰ ਕਹਿੰਦੇ ਕਿ ਅਗਰ ਮੰਨ ਲੈ ਉਹਨਾਂ ਨੇ ਤੈਨੂੰ ਜਾਨੋਂ ਹੀ ਮਾਰ ਦਿੱਤਾ ਫਿਰ ਤੂੰ ਕੀ ਕਰੇਗਾ? ਕਹਿੰਦੇ ਅਗਰ ਉਹ ਮੈਨੂੰ ਜਾਨੋਂ ਵੀ ਮਾਰ ਦੇਣਗੇ ਉਦੋਂ ਵੀ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਥੈਂਕ ਯੂ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਮੈਨੂੰ ਇਹ ਜੀਣ ਮਰਨ ਦੇ ਚੱਕਰ ਦੇ ਵਿੱਚੋਂ ਛੁਟਕਾਰਾ ਦਿਲਾਤਾ। ਹੁਣ ਮੈਂ ਆਪਣੇ ਅਕਾਲ ਪੁਰਖ ਦੇ ਨਾਲ, ਉਸ ਈਸ਼ਵਰ ਦੇ ਨਾਲ ਆਪਣਾ ਜੀਵਨ ਆਸਾਨੀ ਦੇ ਨਾਲ ਜਾ ਕੇ ਬਿਤਾਵਾਂਗਾ। ਚੰਗਾ ਹੋਇਆ ਇਸ ਦੁਚਿੱਤੀ ਦੁਨੀਆ ਦੇ ਵਿੱਚੋਂ ਤੁਸੀਂ ਮੈਨੂੰ ਬਾਹਰ ਕੱਢ ਦਿੱਤਾ। ਫਿਰ ਕਹਿੰਦੇ ਨੇ ਮਹਾਤਮਾ ਬੁੱਧ ਨੇ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੂੰ ਜਾ ਸਕਦਾ ਹੈ, ਔਰ ਉਹ ਉਸ ਏਰੀਆ ਦੇ ਵਿੱਚ ਪ੍ਰਚਾਰ ਕਰਨ ਲਈ ਚਲੇ ਗਏ। ਕਰਦੇ ਕਰਦੇ ਇੱਕ ਹੋਰ ਬਹੁਤ ਖੂਬਸੂਰਤ ਜੀ ਕਹਾਣੀ ਮੈਨੂੰ ਯਾਦ ਆ ਗਈ। ਉਹ ਇੱਥੋਂ ਦੀ ਹੀ ਕਹਾਣੀ ਹੈ, ਇਸੇ ਟਾਈਮ ਦੀ, ਮਤਲਬ ਸਾਡੇ ਟਾਈਮ ਦੀ, ਇਹ ਤਾਂ ਬੁੱਧ ਦੇ ਟਾਈਮ ਦੀ ਹੈ, ਉਹ ਸਾਡੇ ਟਾਈਮ ਦੀ ਕਹਾਣੀ ਅੱਜ ਤੋਂ ਕੁਝ 100 ਸਾਲ ਪਹਿਲੇ ਦੀ, ਜਦੋਂ ਹਿਟਲਰ ਮੁਸੋਲਨੀ ਦੇ ਟਾਈਮ ਦੇ ਉੱਤੇ ਲੋਕਾਂ ਨੂੰ ਚੈਂਬਰ 'ਚ ਬੰਦ ਕਰਕੇ ਇਸ ਤਰ੍ਹਾਂ ਹੀ ਚਲਾਇਆ ਜਾਂਦਾ ਸੀ, ਕੁੱਟਿਆ ਜਾਂਦਾ ਸੀ, ਰੈਂਡਮਲੀ ਗਰੁੱਪ ਦੇ ਗਰੁੱਪ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਜਾਂਦਾ ਸੀ। ਕਹਿੰਦੇ ਨੇ ਇੱਕ ਉਹਦੇ ਔਰ ਉਹ ਕਾਫੀ ਸਾਲ ਉੱਥੇ ਕੈਦ ਦੇ ਵਿੱਚ ਰਿਹਾ, ਔਰ ਜਦੋਂ ਤਖਤਾ ਪਲਟਿਆ, ਉਹ ਰਿਲੀਜ਼ ਹੋ ਗਿਆ, ਬਾਹਰ ਆਇਆ, ਤੇ ਲੋਕੀ ਇੰਟਰਵਿਊ ਲੈਣ ਲਈ ਆਏ ਕਿ ਤੁਸੀਂ ਇੰਨੇ ਸਾਲ ਉੱਥੇ ਬਿਤਾਏ ਤੇ ਕਿਸ ਤਰ੍ਹਾਂ ਬਿਤਾਏ। ਜਦੋਂ ਕਹਿੰਦੇ ਨੇ ਉਸ ਭਿਕਸ਼ੂ ਦੇ ਕੋਲ ਗਏ ਔਰ ਭਿਕਸ਼ੂ ਦੇ ਕੋਲੋਂ ਪੁੱਛਿਆ ਵੀ ਤੈਨੂੰ ਕਿਸ ਚੀਜ਼ ਦਾ ਡਰ ਸੀਗਾ, ਕਿਉਂਕਿ ਰੈਂਡਮਲੀ ਕੁਝ ਗਿਣਤੀ ਹੁੰਦੀ ਸੀ ਕਿ ਇਹਨਾਂ ਲੋਕਾਂ ਨੂੰ ਗੈਸ ਦੇ ਚੈਂਬਰ 'ਚ ਪਾਣਾ, ਇਹਨਾਂ ਲੋਕਾਂ ਨੂੰ ਇਸ ਤਰੀਕੇ ਨਾਲ ਸਲੌਟਰ ਕਰਨਾ, ਮਾਰਨਾ ਉਹਨਾਂ ਨੇ, ਤੇ ਉਹਨੇ ਲੋਕ ਉਹ ਕੱਢ ਕੇ ਮਾਰ ਦਿੰਦੇ ਸੀ, ਔਰ ਜਿਹੜੇ ਲੋਕੀ ਬਚ ਜਾਂਦੇ ਸੀ ਉਹ ਫਿਰ ਅੰਦਰ ਚਲੇ ਜਾਂਦੇ ਸੀ, ਔਰ ਜਿਹੜੇ ਵੀ ਲੋਕੀ ਆ ਜਾਂਦੇ ਸੀ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਰੀਰ ਉਹਨਾਂ ਦਾ ਸਰੀਰ ਹੱਤਿਆ ਕਰ ਦਿੱਤੀ ਜਾਂਦੀ ਸੀ। ਕਹਿੰਦੇ ਜਦੋਂ ਬਹੁਤ ਭਿਕਸ਼ੂ ਕੋਲੋਂ ਪੁੱਛਿਆ ਗਿਆ ਤੇ ਉਹਨੇ ਇੱਕੋ ਗੱਲ ਕੀਤੀ ਕਿ ਬਈ ਮੈਨੂੰ ਇੱਕੋ ਗੱਲ ਦਾ ਡਰ ਰਿਹਾ ਕਿ ਜਿਹੜਾ ਇਨਸਾਨ ਮੇਰੇ ਉੱਤੇ ਇਤਨਾ ਜ਼ੁਲਮ ਕਰ ਰਿਹਾ, ਕਿਉਂਕਿ ਹਰ ਰੋਜ਼ ਇਸ ਸੋਚ ਦੇ ਨਾਲ ਸੋਣਾ ਕਿ ਸ਼ਾਇਦ ਕੱਲ ਮੇਰੀ ਮ੍ਰਿਤੂ ਹੋ ਜਾਏਗੀ, ਔਰ ਪਤਾ ਨਹੀਂ ਮੈਨੂੰ ਗੈਸ ਚੈਂਬਰ 'ਚ ਮਾਰਿਆ ਜਾਏਗਾ ਜਾਂ ਕੱਟ ਕੇ ਮਾਰਿਆ ਜਾਏਗਾ, ਜਿਸ ਤਰ੍ਹਾਂ ਵੀ XYZ ਜੋ ਵੀ ਉਹਨਾਂ ਨੇ ਉਸ ਟਾਈਮ ਡਿਸਾਈਡ ਕੀਤਾ ਹੋਏਗਾ, ਔਰ ਫਿਰ ਵਾਪਸ ਚਲੇ ਜਾਣਾ ਔਰ ਫਿਰ ਸੋਚਣਾ ਕਿ ਜਿਹੜਾ ਇਤਨੇ ਜ਼ੁਲਮ ਕਰ ਰਿਹਾ ਕਿਤੇ ਮੇਰੇ ਮਨ ਦੇ ਅੰਦਰ ਉਹਦੇ ਲਈ ਕੋਈ ਹਰਟ, ਕੋਈ ਗ੍ਰਜਿਸ, ਕੋਈ ਗੁੱਸਾ ਨਾ ਆ ਜਾਏ। ਕਹਿੰਦੇ ਮੈਨੂੰ ਸਾਰਾ ਟਾਈਮ ਐਸੇ ਵਿੱਚ ਹੀ ਮੇਰਾ ਬੀਤ ਗਿਆ, ਜਦੋਂ ਰਿਲੀਜ਼ ਹੋ ਗਿਆ ਤੇ ਮੈਨੂੰ ਇਸ ਗੱਲ ਦਾ ਬਹੁਤ ਖੁਸ਼ੀ ਹੈ ਕਿ ਉਸ ਇਨਸਾਨ ਲਈ ਮੇਰੇ ਮਨ ਦੇ ਅੰਦਰ ਗੁੱਸਾ ਨਹੀਂ ਆਇਆ। ਇਹ ਵੇ ਕੰਪੈਸ਼ਨ, ਇੱਕ ਹੈ ਦਇਆ, ਇੱਕ ਹੈ ਕੰਪੈਸ਼ਨ। ਦਇਆ ਜਦੋਂ ਅਸੀਂ ਕਰ ਰਹੇ ਹਾਂ ਉਦੋਂ ਅਸੀਂ ਫੋਰਗਿਵ ਕਰ ਰਹੇ ਹਾਂ, ਸਾਹਮਣੇ ਵਾਲੇ ਨੂੰ ਵਿਚਾਰਾ ਸਮਝ ਰਹੇ ਹੁੰਦੇ ਹਾਂ, ਸਾਹਮਣੇ ਵਾਲੇ ਨੂੰ ਛੋਟਾ ਸਮਝ ਰਹੇ ਹੁੰਦੇ ਹਾਂ। ਲੇਕਿਨ ਜਦੋਂ ਅਸੀਂ ਕੰਪੈਸ਼ਨ ਕਿਸੇ ਦੇ ਨਾਲ ਕਰਨੇ ਆ, ਕਰੁਣਾ ਦਿਖਾ ਰਹੇ ਹੁੰਦੇ ਹਾਂ, ਅਸੀਂ ਸੋਚ ਰਹੇ ਹਾਂ ਤੂੰ ਔਰ ਮੈਂ ਬਰਾਬਰ ਹੈ, ਬਸ ਮੈਨੂੰ ਯਾਦ ਹੈ ਤੂੰ ਭੁੱਲ ਗਿਆ, ਤਾਂ ਅਸੀਂ ਕੰਪੈਸ਼ਨ ਦਿਖਾਣਾ ਹੈ। ਜਿਹੜਾ ਮੈਤਰੀ ਗੁਰੂ ਬੁੱਧ ਦਾ, ਜਾਂ ਆਪਣੇ ਅੰਦਰ ਵੀ, ਜਿਸ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ, ਤਾਂ ਕੋਈ ਇਹੋ ਜਿਹੀ ਚੀਜ਼ ਉਹਦੇ 'ਚ ਨਹੀਂ ਆਉਂਦੀ ਹੈ। ਆਈ ਹੋਪ ਮੈਂ ਆਪਣਾ ਮੈਸੇਜ ਜੋ ਇਹ ਬੁੱਕ ਦੇ ਦੁਆਰਾ ਆਉਣਾ ਚਾਹ ਰਿਹਾ ਸੀ ਉਹ ਮੈਂ ਕਲੀਅਰ ਕਰ ਦਿੱਤਾ ਹੋਏਗਾ। ਪਲੀਜ਼ ਥੋੜੇ ਜਿਹੇ ਕੋਈ ਵੀ ਜਾਣਾ ਮੈਨੂੰ ਦੇ ਸਕਦਾ, ਕਿਉਂਕਿ ਹਾਲੇ ਕੋਲ ਹਾਲੇ ਵੀ ਸਿਰਫ 10 ਮਿੰਟ ਹੈ, ਅਸੀਂ ਗੱਲ ਕਰ ਸਕਦੇ ਹਾਂ। ਕੋਈ ਇਸ ਟੌਪਿਕ ਦੇ ਉੱਤੇ आई थिंक आई एम पूरी क्लैरिटी हो चुकी है क्या? यस मैम, यस मैम। तो ਸਾਡੇ ਕੋਲ ਟਾਈਮ ਹੈ, ਅਸੀਂ ਕਿੰਨੇ ਟਾਈਮ ਦਾ ਧਿਆਨ ਕਰ ਸਕਦੇ ਹਾਂ? ਮੰਤਰੀ यस मैम। ਅਸੀਂ ਕਿੰਨੇ ਮਿੰਟ ਧਿਆਨ ਕਰ ਸਕਦੇ ਹਾਂ ਬੇਟਾ? मैम ऑलरेडी उन टाइम ओवर होने वाला है, 5 मिनट्स ओके, तो ਅਸੀਂ 5-10 ਮਿੰਟ ਲਈ ਧਿਆਨ ਕਰਨੇ, तो 10 ਮਿੰਟ ਹੋਰ ਉੱਪਰ ਕਰ ਲੈਂਦੇ ਹਾਂ, ਠੀਕ ਹੈ? तो ਅਸੀਂ ਤੁਰੰਤ ਅੱਖ ਬੰਦ ਕਰਾਂਗੇ।
चश्मा पाया है तो चश्मा उतार देंगे। पानी अगर साडे कोल है तो पानी का घुट असीं जरूर पियांगे। अखा बंद, हाथ जुड़े हुए आपस दे विच, ध्यान श्वास ते, मन शांत, चित बिल्कुल शांत। ध्यान श्वास ते, ब्रीद इन, ब्रीद आउट। शांत, सारी बॉडी रिलैक्स। जेहा बीजे सो लुणे, कर्मा संदड़ा खेत। मन दी खेती विच जिहो जे बीज पावांगे ओहो जी फसल तैयार करांगे। ना कोई सोच, ना कोई विचार, ध्यान श्वास ते। घट घट के अंतर की जानत, भले बुरे की पीर पहचानत। चींटी ते कुंचर अस्थूला, सब पर कृपा दृष्ट कर फूला। ध्यान श्वास ते।
आपे बीज आपे ही खाए, नानक हुक्मी आवे जाए। किरत करम के विछड़े कर कृपा मिलो राम। सबे घट राम बोले, रामा बोले, राम बिना को बोले रे। Yes, masters, last 2 minutes. Ten, 9, 8, 7, 6, 5, 4, 3, 2, 1, 0। अपने आप ਨੂੰ ਬਾਹਰਲੀ ਦੁਨੀਆ ਦੇ ਨਾਲ ਇੱਕ ਮਿਕ ਕਰੀਏ। ਦੋਨਾਂ ਹੱਥਾਂ ਨੂੰ ਅੱਖਾਂ ਦੇ ਉੱਤੇ ਰੱਖੀਏ 5 ਸੈਕਿੰਡਸ ਲਈ। 5, 4, 3, 2, 1, 0। ਮੁਸਕਰਾਉਂਦੇ ਹੋਏ ਹਥੇਲੀਆਂ ਦੇ ਵਿੱਚ ਹੀ ਅੱਖਾਂ ਖੋਲਦੇ ਹੋਏ ਧਿਆਨ ਤੋਂ ਬਾਹਰ ਆ ਜਾਈਏ। So thank you, masters. Thank you, ma'am. Thank you so much. Thank you for being in my life. ਮੈਨੂੰ ਇੰਨੀ ਖੂਬਸੂਰਤ ਸੇਵਾ ਦਾ ਮੌਕਾ ਦੇਣ ਲਈ ਤੁਹਾਡੇ ਸਾਰਿਆਂ ਦਾ ਬਹੁਤ 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 ਰੀਅਲੀ ਤਹਿ ਦਿਲ ਤੋਂ ਧੰਨਵਾਦ ਧੰਨਵਾਦ ਧੰਨਵਾਦ। Thank you. Thanks. Thank you. Thank you, thank you, thank you, Thank you, masters. masters.
ਥੈਂਕ ਯੂ Thank you. ਸਾਰਿਆਂ ਦਾ ਬਹੁਤ ਬਹੁਤ ਬਹੁਤ- ਧੰਨਵਾਦ। Thank you.